सेवा च होवे हाजिर जी। मैं टोरंटो स्टूडियो तो हरजीत सिंह गिल ते मेरे नाल ने प्रोफैसर जगीर सिंह कालों, उन्हां नाल मिल के करदे हां गलबात। सब तो पहला तां प्रोफैसर साहब तुहाडा स्वागत जी, जी आयां नूं। बहुत मेहरबानी गिल साहब। इलैक्शन ਇੱਥੇ भी हो रही है तो पंजाब च भी ਸਾਡੇ ਲੋਕਾਂ ਦੀ ਬਹੁਤੀ रुचि पंजाब वाली इलैक्शन च नज़र आउंदी है। हालां उत्थे टाइम है पर इत्थों वाली इलैक्शन जिहड़ी ਇਹਦੀਆਂ ਗੱਲਾਂ थोड़ी जिहा करिए ਤੁਹਾਡੇ ਨਾਲ। जिस तरीके का माहौल बनया सीगा, लिबरल ने कीता सारा कुछ, पर गल उल्टी पैंदी लगदी आ। मैं देख रहा सीगा कि GTA इकल्ले हो गए, GTA ਦਾ बहुत ਵੱਡਾ रोल ਹੁੰਦਾ जी ਸਾਡੀ फैडरल इलैक्शन ਦੇ ਵਿੱਚ, ਤੇ GTA ਦੇ ਵਿੱਚ ਵੀ ਨੈਕ ਟੂ ਨੈਕ ਜਾਣ ਦੀ ਸੰਭਾਵਨਾ ਬਣੀ ਆ। 12 ਪੁਆਇੰਟ ਲੀਡ कर रही आ टोरी पार्टी कहते टोरंटो सिटी च। ਇਹਦੇ ਪਿੱਛੇ ਕੀ ਕਾਰਨ ਕਿ ਇੱਕਦਮ ਹੀ ਇੰਨੀ ਜ਼ਿਆਦਾ ਚੇਂਜ ਮਹਿਸੂਸ ਹੋਣ ਲੱਗੀ? ਲੋਕ ਬੜੇ ਖੁਸ਼ ਸੀਗੇ ਕਿ ਲਿਬਰਲ ਨੇ ਕਾਫੀ ਵਧੀਆ ਤਰੀਕੇ ਨਾਲ ਕੋਵਿਡ ਨੂੰ ਤੇ ਹੈਂਡਲ ਕੀਤਾ, ਹੋਰ ਚੀਜ਼ਾਂ ਨੂੰ। ਤੇ ਹੁਣ ਇਹ ਹੋ ਰਿਹਾ ਆ ਕਿ ਜਿਹੜੇ GTA ਦੇ ਸਾਡੇ ਵੋਟਰ ਨੇ, ਇਹਨਾਂ ਦੀ ਮੇਨ ਜਿਹੜੀਆਂ ਪ੍ਰੋਬਲਮ ਨੇ, ਦੋ ਚੀਜ਼ਾਂ ਨੂੰ ਲੈ ਕੇ ਗੱਲ ਕਰ ਰਹੇ ਆ। ਇੱਕ ਤੇ ਹਾਊਸਿੰਗ ਦੇ ਉੱਤੇ ਕੋਈ ਨਾ ਕੁਝ ਕੀਤਾ ਜਾਵੇ, ਬਹੁਤ ਬੁਰੀ ਹਾਲਤ ਆ, ਨਵੇਂ ਘਰ ਲੈਣ ਦੀ ਇੱਕ ਸਮਰੱਥਾ ਲੋਕਾਂ ਕੋਲ ਨਹੀਂ ਰਹੀ। ਤੇ ਦੂਸਰਾ ਕੋਵਿਡ ਬਾਰੇ ਵੀ ਕੁਝ ਨਿੱਕੀਆਂ ਮੋਟੀਆਂ ਗੱਲਾਂ ਲੋਕਾਂ ਦੇ ਮਨਾਂ 'ਚ ਹੈ ਜੀ। ਵਾਕਈ ਗਿਲ ਸਾਹਿਬ, ਇਹ ਜਿਹੜੇ ਤੁਸੀਂ ਇਸ਼ੂ ਦੱਸੇ ਆ ਇਹ ਅਸਰ ਕਰਦੇ ਆ, ਪਰ ਮੈਂ ਇੱਕ ਇਹ ਵੀ ਦੇਖ ਰਿਹਾ ਕਿ ਫੈਡਰਲ ਲੈਵਲ ਦੇ ਉੱਤੇ, ਨੈਸ਼ਨਲ ਲੈਵਲ ਦੇ ਉੱਤੇ, ਕਿਉਂਕਿ ਟੋਰੀ ਜਿਹੜੇ ਆ ਉਹ ਉੱਪਰ ਚਲੇ ਗਏ ਆ ਇਸ ਵੇਲੇ, ਉਹਨਾਂ ਦੀ ਰੇਟਿੰਗ ਜਿਹੜੀ ਆ ਉਹ 33.5% ਆ, ਤੇ ਲਿਬਰਲ ਵੀ ਉਹਨਾਂ ਦੇ ਪਿੱਛੇ ਆ, ਉਹ 30.4 ਤੇ ਆ ਗਏ ਆ। ਤੇ ਇਹਦਾ ਅਸਰ ਜਿਹੜਾ ਹੈਗਾ ਉਹ ਮੈਨੂੰ ਲੱਗਦਾ ਵੀ ਓਵਰਆਲ ਪੈ ਰਿਹਾ ਹੈਗਾ, ਕਿਉਂਕਿ ਓਵਰਆਲ ਜਦੋਂ ਜਿਹੜੀ ਲਿਬਰਲ ਆ ਉਹ ਪਿੱਛੇ ਰਹਿ ਰਹੀ ਆ ਤਾਂ ਨੈਚੁਰਲੀ ਉਹਦਾ ਜਿਹੜਾ ਅਸਰ ਹੈਗਾ ਉਹ ਸਾਡੇ GTA ਤੇ ਵੀ ਪੈਣਾ ਆ। ਔਰ GTA ਤੇ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਆ ਕਿ ਇਹ ਦੋਨੇ ਇਸ਼ੂ ਜਿਹੜੇ ਆ, ਇਹ ਇੱਕ ਤਾਂ ਜਿਹੜੀ ਤੁਸੀਂ ਕੋਵਿਡ ਦੀ ਗੱਲ ਕੀਤੀ ਹੈਗੀ ਆ ਉਹ ਵੀ ਆ, ਔਰ ਹਾਊਸਿੰਗ ਦੀ ਜਿਹੜੀ ਆ ਉਹ ਏਡੀ ਵੱਡੀ ਪ੍ਰੋਬਲਮ ਆ। ਇਹ ਐਕਚੁਅਲੀ ਨੈਸ਼ਨਲ ਪ੍ਰੋਬਲਮ ਆ, ਫੈਡਰਲ ਪ੍ਰੋਬਲਮ ਆ, ਪਰ GTA ਦੇ ਵਿੱਚ ਜਿਹੜੇ ਰੇਟ ਹੈਗੇ ਆ ਉਹ ਕਾਫੀ ਹਾਈ ਹੈਗੇ ਆ, ਔਰ ਆਮ ਜਿਹੜਾ ਬੰਦਾ ਹੈਗਾ ਉਹਦੇ ਲਈ ਘਰ ਖਰੀਦਣਾ ਇੱਕ ਸੁਪਨੇ ਤੋਂ ਵੀ ਪਰਾਂ ਦੀ ਗੱਲ ਹੋ ਗਈ ਆ। ਸੋ ਇਸ ਕਰਕੇ ਇਹ ਅਸਰ ਵੀ ਕਰਦੇ ਆ। ਪਰ ਜਿਵੇਂ ਮੈਂ ਦੱਸਿਆ ਭਈ ਫੈਡਰਲ ਲੈਵਲ ਦੇ ਉੱਤੇ, ਕਿਉਂਕਿ ਟੋਰੀਜ਼ ਜਿਹੜੇ ਆ ਉਹਨਾਂ ਦਾ ਗ੍ਰਾਫ ਉੱਪਰ ਚਲਾ ਗਿਆ, ਤਾਂ ਉਹਦਾ ਅਸਰ ਜਿਹੜਾ ਹੈਗਾ ਉਹ ਸਾਰੇ ਪ੍ਰੋਵਿੰਸਿਸ ਦੇ ਵਿੱਚ ਪੈਣਾ ਲਾਜ਼ਮੀ ਆ। ਉਹ ਓਨਟਾਰੀਓ ਤੇ ਵੀ ਪੈ ਰਿਹਾ ਹੈਗਾ, ਔਰ ਓਨਟਾਰੀਓ ਤੋਂ ਗਾਂਹ ਮਤਲਬ ਜਿਹੜਾ GTA ਆ, ਓਨਟਾਰੀਓ ਸਟੇਟ ਦੇ ਵਿੱਚ GTA ਦਾ ਇਲਾਕਾ, ਉਹਦੇ ਤੇ ਪੈਣਾ ਵੀ ਕੁਦਰਤੀ ਆ। ਹੁਣ ਤੁਸੀਂ ਦੇਖੋ ਕਿ ਇੱਕ ਬੜਾ ਮੋਟਾ ਜਿਹਾ ਫਾਰਮੂਲਾ ਆ, ਜਿਹੜੇ ਪੋਲੀਟੀਕਲ ਪੰਡਿਤ ਆ ਕੈਨੇਡਾ ਦੇ, ਪੋਲੀਟੀਕਲ ਐਨਾਲਿਸਟ ਨੇ ਜਿਹੜੇ, ਉਹ ਆਮ ਤੌਰ ਤੇ ਕਹਿੰਦੇ ਆ, ਆਪਾਂ ਵੀ ਜਦੋਂ ਆਪਸ 'ਚ ਗੱਲ ਕਰਦੇ ਆ ਤਾਂ ਇਸ ਗੱਲ ਦੇ ਉੱਤੇ ਆਪਾਂ ਮੁਤਫਿਕ ਹੁੰਦੇ ਆ ਵੀ ਜਦੋਂ NDP ਉੱਪਰ ਆਉਂਦੀ ਆ ਨਾ ਤੇ ਫਿਰ ਲਿਬਰਲ ਜਿਹੜੀ ਆ, ਲਿਬਰਲ ਥੱਲੇ ਚਲ ਜਾਂਦੀ ਆ। ਹੁਣ NDP ਦਾ ਗ੍ਰਾਫ ਜਿਹੜਾ ਹੈਗਾ ਉਹ 20.5 ਆ, 20.5% ਹੋ ਗਿਆ, ਤੇ ਉਧਰੋਂ ਜਿਹੜਾ ਲਿਬਰਲ ਦਾ ਗ੍ਰਾਫ ਆ ਉਹ ਘਟਣਾ ਸ਼ੁਰੂ ਹੋ ਗਿਆ ਹੈਗਾ। ਔਰ ਇਹਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਜਿਹੜੀ NDP ਜਦੋਂ ਵੱਧਦੀ ਆ ਤਾਂ ਉਹ ਲਿਬਰਲ ਦੀ ਜਿਹੜੀ ਵੋਟ ਹੈਗੀ ਆ ਉਹਨੂੰ ਸੰਨ ਲਾਉਂਦੀ ਆ, ਜਾਂ ਇੱਦਾਂ ਕਹਿ ਲਓ ਕਿ ਲਿਬਰਲ ਦੀ ਵੋਟ ਸ਼ਿਫਟ ਹੁੰਦੀ ਹੈਗੀ ਆ। ਸੋ ਇਹ ਬੜਾ ਸਿੱਧਾ ਜਿਹਾ ਸਮੀਕਰਨ ਆ ਕਿ ਜਦੋਂ NDP ਜਿਹੜੀ ਆ ਉਹ ਤਗੜੀ ਹੋਏਗੀ, ਉੱਪਰ ਆਏਗੀ, ਜ਼ਿਆਦਾ ਵੋਟ ਲਏਗੀ, ਤਾਂ ਉਹਦਾ ਅਸਰ ਜਿਹੜਾ ਉਹ ਲਿਬਰਲ ਦੇ ਉੱਤੇ ਪੈਂਦਾ। ਸੋ ਇਹ ਵੀ ਮੈਨੂੰ ਲੱਗਦਾ ਇਹ ਆ ਕਿ ਇਹ ਵੀ ਇੱਕ ਫੈਕਟਰ ਜਿਹੜਾ ਹੈ ਗਿਲ ਸਾਹਿਬ ਉਹ ਹੈ ਕਿ NDP ਨੇ ਪਿਛਲੇ ਦਿਨਾਂ ਦੇ ਵਿੱਚ ਇੰਪਰੂਵ ਕੀਤਾ। ਔਰ ਇਹ ਵੀ ਆ ਵੀ ਇੱਕ ਯਾਨੀ ਕਹਿ ਲਓ ਇਹਨੂੰ ਕੋਈ ਜਿਹੜੇ ਫੈਕਟਰੀ ਦੇ ਪਿੱਛੇ ਕੰਮ ਕਰਦੇ ਹੋਣਗੇ ਕਿ ਐਜ਼ ਪ੍ਰਾਈਮ ਮਿਨਿਸਟਰ, ਐਜ਼ ਫੈਡਰਲ ਲੀਡਰ ਜਗਮੀਤ ਸਿੰਘ ਦਾ ਗ੍ਰਾਫ ਜਿਹੜਾ ਉਹ ਸਭ ਤੋਂ ਉੱਪਰ ਹੈਗਾ। ਔਰ ਇਹਦਾ ਕਾਰਨ ਸ਼ਾਇਦ ਇਹ ਆ ਕਿ ਉਹ ਇੱਕ ਚੰਗਾ ਬੁਲਾਰਾ ਆ, ਔਰ ਉਹਨੂੰ ਦੋਵੇਂ ਭਾਸ਼ਾਵਾਂ ਜਿਹੜੀਆਂ
ਅੰਗਰੇਜ਼ੀ ਵੀ ਤੇ ਫ੍ਰੈਂਚ ਵੀ ਬਹੁਤ ਚੰਗੀ ਤਰ੍ਹਾਂ ਬੋਲਣੀਆਂ ਆਉਂਦੀਆਂ ਔਰ ਉਹ ਇੱਕ ਜੋਸ਼ੀਲਾ ਵੀ ਲੀਡਰ ਹੈਗਾ। ਉਹ ਟਰੂਡੋ ਔਰ ਟੂਲ ਦੇ ਮੁਕਾਬਲੇ ਦੇ ਉੱਤੇ ਉਹਦੇ ਵਿੱਚ ਇੱਕ ਜੋਸ਼ ਆ। ਸੋ ਇਹ ਵੀ ਇੱਕ ਫੈਕਟਰ ਹੋ ਸਕਦਾ ਜਿਹੜਾ ਮੈਂ ਕਹਿ ਰਿਹਾ ਬਈ ਕਿ ਹੁਣ ਇਸ ਵੇਲੇ ਤੁਸੀਂ ਦੇਖੋ ਬਈ ਜਿਹੜੇ ਕੰਜ਼ਰਵੇਟਿਵ ਹੈਗੇ ਆ ਟੋਰੀਜ਼ ਉਹ 33.5 ਤੇ ਹੈਗੇ ਆ, ਲਿਬਰਲ 31.4 ਤੇ ਨੇ, ਜਿਹੜਾ ਬਲਾਕ ਕੁਬੈਕਵਾ ਹੈਗਾ ਉਹ 20.5 ਤੇ ਆ, ਜਿਹੜੀ ਪੀਪਲਜ਼ ਪਾਰਟੀ ਹੈਗੀ ਆ ਉਹ 4 ਪੁਆਇੰਟ ਤੇ ਆ, ਤੇ ਗ੍ਰੀਨ ਨੂੰ 3.5 ਮਿਲ ਰਹੀਆਂ ਤੇ ਅਦਰ ਜਿਹੜੇ ਆ ਉਹਨਾਂ ਨੂੰ 4.7% ਮਿਲਦੀਆਂ ਵੋਟਾਂ। ਤੇ ਜਿਹੜੀ ਪ੍ਰੋਜੈਕਸ਼ਨ ਹੈਗੀ ਆ ਸੀਟਾਂ ਦੀ ਪਰ ਕਾਲੂ ਸਾਹਿਬ ਐਨਡੀਪੀ ਦੀ ਤੁਸੀਂ ਕਹਿਣਾ ਭੁੱਲ ਗਏ। 33.5% ਟੋਰੀ, 31.4% ਜਿਹੜੀ ਆ ਉਹ ਲਿਬਰਲ, 20.5 ਬਲਾਕ ਕੁਬੋਕਾ ਤੇ ਜਿਹੜੀ ਪੀਪੀ ਬਣਾਈ ਸੀ ਇਹਨਾਂ ਨੇ 4% ਉਹਨੂੰ, ਗ੍ਰੀਨ ਨੂੰ 3.5। ਬਟ ਵਾਟ ਅਬਾਊਟ ਐਨਡੀਪੀ? ਐਨਡੀਪੀ 20.5 ਹੈ ਜੀ। ਫਿਰ ਤੁਸੀਂ ਬਲਾਕ ਕੁਬੋਕਾ ਬੋਲ ਗਏ ਸੀ, ਮੈਨੂੰ ਤਾਂ ਲੱਗਿਆ ਇਦਾਂ। ਐਨਡੀਪੀ 20.5 ਹੈ ਉੱਥੇ। ਹਾਂ ਇਹ ਹਾਂਜੀ ਇਹ ਅੱਛਾ ਹੈਰਾਨੀ ਦੀ ਗੱਲ ਇਹ ਆ ਕਿ ਜਿੱਥੇ ਇੱਕ ਪਾਸੇ ਐਜ ਏ ਪ੍ਰਾਈਮ ਮਿਨਿਸਟਰ ਜਾਂ ਐਜ ਏ ਗੁੱਡ ਹਿਊਮਨ ਬੀਇੰਗ ਬਹੁਤ ਸਾਰੇ 57% ਆਪਾਂ ਪਰਸੋਂ ਵੀ ਗੱਲ ਕੀਤੀ ਸੀ, 57% ਕੈਨੇਡੀਅਨ ਕਹਿ ਰਿਹਾ ਕਿ ਜਗਮੀਤ ਸਿੰਘ ਇਜ਼ ਦਾ ਬੈਸਟ, ਪਰ ਦੂਜੇ ਪਾਸੇ ਪਾਰਟੀ ਦੀ ਜਿਹੜੀ ਫਾਲੋਇੰਗ ਆ ਉੱਥੇ ਖੜੀ ਆ 20.19-20 ਤੋਂ ਉੱਪਰ ਨਹੀਂ ਜਾ ਰਹੇ। ਇਹਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਆ? ਔਰ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਸ਼ੁਰੂ ਦੇ ਵਿੱਚ, ਖਬਰ ਦੇ ਨਾਲ ਜਿਹੜੀ ਅਖਬਾਰ ਨੇ ਖਬਰ ਲਾਈ ਆ ਉਹਦੇ ਥੱਲੇ ਜਿਹੜੇ ਲੋਕਾਂ ਦੇ ਕਮੈਂਟ ਆ ਉਹ ਬੜੇ ਇੰਟਰਸਟਿੰਗ ਆ। ਕੁਝ ਲੋਕਾਂ ਨੇ ਤੇ ਇਹ ਸਵਾਲ ਕੀਤਾ ਟੋਰਾਂਟੋ ਵਾਟ ਹੈਪਨ, ਕੀ ਹੋ ਗਿਆ ਤੁਹਾਨੂੰ, ਕਿਉਂ ਇਸ ਤਰ੍ਹਾਂ ਹੋਇਆ ਵਾ? ਤੇ ਕੁਝ ਲੋਕਾਂ ਨੇ ਕਹਿਤਾ ਕਿ ਜਿਹੜੇ ਸਾਰੇ ਪੋਲੀਟੀਸ਼ੀਅਨ ਆ ਨੀਡ ਏ ਕਿੱਕ, ਇਹ ਸਾਰੇ ਇੱਕੋ ਜਿਹੇ ਆ, ਲੋਕਾਂ ਕੋਲ ਕੋਈ ਹੋਰ ਚੀਜ਼ ਰਹਿ ਨਹੀਂ ਗਈ ਸਵਾਏ ਕਿ ਉਹ ਆਪਣੀ ਰੋਟੀ ਖਾ ਲੈਣ ਤੇ ਰੈਂਟ ਪੇ ਕਰ ਦੇਣ। ਮਤਲਬ ਅਸੀਂ ਸਾਰੇ ਲੋਕ ਬਿਲੋ ਪਾਵਰਟੀ ਲਾਈਨ ਜ਼ਿੰਦਗੀ ਜੀ ਰਹੇ ਹਾਂ। ਥੱਲੇ ਲੋਕਾਂ ਨੇ ਇਹ ਕਮੈਂਟ ਕੀਤੇ ਹੋਏ ਆ ਤੇ ਆਪਾਂ ਰਿਚ ਕੰਟਰੀ 'ਚ ਰਹਿ ਰਹੇ ਹਾਂ, ਸਰਕਾਰ ਇਹ ਵੀ ਕਹਿ ਰਹੀ ਸਾਡੀ ਮਦਦ ਕਰ ਰਹੀ ਆ, ਲੋਕ ਇਹ ਫੀਲ ਕਰਦੇ ਕਿ ਅਸੀਂ ਬਿਲੋ ਪਾਵਰਟੀ ਲਾਈਨ ਹੈ। ਐਕਚੁਅਲੀ ਇਹ ਆ ਜੀ ਕਿ ਇਹ ਜਿਹੜਾ ਫੈਨੋਮੀਨਾ ਹੈਗਾ ਨਾ, ਇਹ ਗੱਲ ਤਾਂ ਲਾਈਟਰ ਵੇਨ ਦੀ ਵਿੱਚ ਹੀ ਆ ਵੀ ਇਹ ਕਿਤੇ ਇੰਡੀਆ ਦਾ ਅਸਰ ਤਾਂ ਨਹੀਂ ਪੈ ਰਿਹਾ ਪੰਜਾਬ ਦਾ ਵੀ ਜਿਹੜੇ ਉਹ ਕਹਿੰਦੇ ਆ ਕਿਸਾਨ ਕਿ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਇੱਕੋ ਜਿਹੀਆਂ ਆ ਤੇ ਇਹਨਾਂ ਨੂੰ ਸਾਰਿਆਂ ਨੂੰ ਦੂਰੀ 'ਤੇ ਰੱਖੋ। ਤੇ ਇਸ ਤਰ੍ਹਾਂ ਹੀ ਤੁਸੀਂ ਜਿਹੜੀ ਇਹ ਗੱਲ ਕੀਤੀ ਆ ਵੀ ਇੱਥੇ ਕੈਨੇਡਾ ਦੇ ਵਿੱਚ ਵੀ ਸਾਰੇ ਜਿਹੜੇ ਪੋਲੀਟੀਕਲ ਲੀਡਰ ਆ ਇਹ ਆਲ ਆਫ ਦਮ ਸ਼ੁੱਡ ਬੀ ਕਿਕਡ ਆਊਟ। ਸੋ ਇਹਦੇ 'ਚ ਇੱਕ ਗੱਲ ਤਾਂ ਗਿੱਲ ਸਾਹਿਬ ਬੜੀ ਕਲੀਅਰ ਆ, ਔਰ ਇਹ ਜਦੋਂ ਤੋਂ ਅਸੀਂ ਹੋਸ਼ ਸੰਭਾਲੀ ਆ ਉਦੋਂ ਤੋਂ ਪੜ੍ਹਦੇ ਆਏ ਆ ਬਈ ਇੱਕ ਸਰਮਾਏਦਾਰੀ ਆ ਜੀ, ਇੱਕ ਨਿਜ਼ਾਮ ਜਿਹੜਾ ਹੈਗਾ ਉਹ ਲੁੱਟਣ ਵਾਲਿਆਂ ਦਾ ਆ, ਔਰ ਹੁਣ ਗਾਂਹ ਸਰਮਾਏਦਾਰੀ ਤੋਂ ਵੀ ਨਿਕਲ ਆਇਆ ਕਾਰਪੋਰੇਟ ਸੈਕਟਰ। ਤੇ ਹੁਣ ਅਵੇਕਨਿੰਗ ਜਿਹੜੀ ਆ ਮੇਰਾ ਖਿਆਲ ਉਹ ਆਮ ਲੋਕਾਂ ਦੇ ਵਿੱਚ ਕਾਫੀ ਆਈ ਆ, ਔਰ ਜਦੋਂ ਬੰਦੇ ਦੀ ਜ਼ਿੰਦਗੀ 'ਤੇ ਸਿੱਧਾ ਅਸਰ ਪੈਂਦਾ ਆ, ਉਹ ਭਾਵੇਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਰਹਿੰਦਾ ਹੋਵੇ ਤਾਂ ਉਹਨੂੰ ਇਹ ਗੱਲ ਮਹਿਸੂਸ ਹੁੰਦੀ ਆ। ਔਰ ਇੱਥੇ ਵੀ ਜਿਵੇਂ ਤੁਸੀਂ ਕਿਹਾ ਵੀ ਆਮ ਬੰਦਾ ਜਿਹੜਾ ਹੈਗਾ ਉਹ ਕੰਮ ਕਰੇ, ਰੋਟੀ ਖਾਵੇ, ਟੈਕਸ ਦੇਵੇ ਤੇ ਆਪਣੀਆਂ ਜਿਹੜੀਆਂ ਕਿਸ਼ਤਾਂ ਉਹ ਦੇਵੇ, ਵੀ ਇਹੋ ਹੀ ਉਹਦੀ ਜ਼ਿੰਦਗੀ ਰਹਿ ਗਈ ਆ। ਕੋਈ ਉਹਦੇ ਸਾਹਮਣੇ ਸੁਪਨਾ ਨਹੀਂ ਰਹਿ ਗਿਆ, ਕੋਈ ਆਦਰਸ਼ ਨਹੀਂ ਰਹਿ ਗਿਆ। ਤੇ ਉਹ ਇਹ ਮਹਿਸੂਸ ਕਰਦਾ ਆ ਬਈ ਇਹਦੇ ਲਈ ਜ਼ਿੰਮੇਵਾਰ ਜਿਹੜੇ ਆ ਉਹ ਪੋਲੀਟੀਕਲ ਲੀਡਰ ਨੇ, ਜਿਹੜੇ ਚੋਣਾਂ ਦੇ ਦੌਰਾਨ ਲੋਕਾਂ ਨੂੰ ਵੱਡੇ ਵੱਡੇ ਸੁਪਨੇ ਦਿਖਾ ਦਿੰਦੇ ਆ ਤੇ ਮੁੜ ਕੇ ਉਹਨਾਂ ਦਾ ਮਕਸਦ ਲੋਕਾਂ ਦੇ ਉਹ ਸੁਪਨਿਆਂ ਦੀ ਪੂਰਤੀ ਨਹੀਂ ਹੁੰਦਾ, ਉਹਨਾਂ ਦਾ ਮਕਸਦ ਰਾਜ ਕਰਨਾ ਹੁੰਦਾ ਆ। ਔਰ ਉਹ ਜਿਨ੍ਹਾਂ ਹਿੱਤਾਂ ਨੂੰ ਪੂਰਦੇ ਆ ਕਾਰਪੋਰੇਟ ਸੈਕਟਰ ਦੇ ਜਿਹੜੇ ਆ ਉਹ ਗੋਲੇ ਆ, ਉਹ ਭਾਵੇਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਹੋਣ, ਤੇ ਉਹ ਕਾਰਪੋਰੇਟ ਸੈਕਟਰ ਦੇ ਜਿਹੜੇ ਹਿੱਤੇ ਆ ਉਹ ਪਾਲਦੇ ਆ। ਔਰ ਜਿਹੜੇ ਲੋਕਾਂ ਨੇ ਇਹ ਕਮੈਂਟ ਦਿੱਤੇ ਆ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਿਕ ਆਊਟ ਕਰੋ, ਇਹ ਮੈਨੂੰ ਲੱਗਦਾ ਉਸੇ ਗੱਲ ਤੋਂ ਨਿਕਲੇ ਆ। ਔਰ ਬੰਦਾ ਜਿੰਨਾ ਆਪਣੇ ਤਜਰਬੇ ਤੋਂ ਸਿੱਖਦਾ ਹੈ ਨਾ, ਉਹਨਾਂ ਕਿਸੇ ਵੀ ਪ੍ਰਚਾਰ ਤੋਂ ਗਿੱਲ ਸਾਹਿਬ ਨਹੀਂ ਸਿੱਖ ਸਕਦਾ ਕਿ ਹੁਣ ਘਰ ਇੰਨੇ ਮਹਿੰਗੇ ਹੋਏ ਆ ਔਰ ਮਹਿੰਗਾਈ ਜਿਹੜੀ ਆ, ਤੁਸੀਂ ਦੇਖੋ ਜਿਹੜੀ ਗਰੋਸਰੀ ਇੱਕ ਨੈਸੈਸਰੀ
ਈਵੈਂਟ ਮਤਲਬ ਆਪਣੀ ਆਈਟਮ ਹੈਗੀ ਆ, ਇਹਦੇ ਤੋਂ ਬੰਦਾ ਗੁਜ਼ਾਰਾ ਨਹੀਂ ਹੁੰਦਾ। ਔਰ ਇਹਦੇ ਰੇਟ ਜਿਹੜੇ ਆ ਉਹ ਕਿੰਨੇ ਵੱਧ ਗਏ ਆ, ਤੇ ਕੰਮ ਜਿਹੜੇ ਹੈਗੇ ਆ ਉਹ ਘਟ ਗਏ ਆ, ਵੇਜਿਸ ਜਿਹੜੀਆਂ ਉਹ ਵਧੀਆਂ ਨਹੀਂ ਗਈਆਂ। ਤੇ ਇਸ ਕਰਕੇ ਇਹਦਾ ਸਾਰਾ ਜਿੰਮਾ ਜਿਹੜਾ ਹੈ ਉਹ ਲੋਕ ਇਹ ਸਮਝਦੇ ਆ ਬਈ ਇਹ ਪੋਲੀਟੀਕਲ ਲੀਡਰ ਹੀ ਆ, ਇਹ ਸਾਡਾ ਕੋਈ ਮਸਲਾ ਨਹੀਂ ਇਹਨਾਂ ਨੇ ਹੱਲ ਕਰਨਾ, ਸਾਡੇ ਬਾਰੇ ਕੁਝ ਨਹੀਂ ਸੋਚਣਾ ਇਹਨਾਂ ਨੇ, ਤੇ ਇਹ ਕੇਵਲ ਆਪਣੇ ਬਾਰੇ ਸੋਚਦੇ ਆ। ਔਰ ਇਸੇ ਹੀ ਕਰਕੇ ਉਹਨਾਂ ਨੇ ਕਮੈਂਟ ਜਿਹੜੇ ਹੈਗੇ ਆ ਉਹ ਦਿੱਤੇ ਆ। ਤੇ ਵੈਸੇ ਕਾਲੂ ਸਾਹਿਬ, ਮੈਂ ਮਹਿਸੂਸ ਕਰਦਾ ਕਿ ਨਿਊਜ਼ ਨਾਲੋਂ ਜ਼ਿਆਦਾ ਲੋਕਾਂ ਦੇ ਕਮੈਂਟ ਜਿਹੜੇ ਆ ਨਾ ਉਹ ਪ੍ਰਭਾਵਸ਼ਾਲੀ ਆ। ਨਿਊਜ਼ ਤੇ ਨਿਊਜ਼ ਹੀ ਹੁੰਦੀ ਆ। ਇੱਕ ਨਿਊਜ਼ ਹੋਰ ਆ, ਮੈਂ ਵੀ ਤੁਹਾਡੇ ਨਾਲ ਲੱਗਦਾ ਸਾਂਝੀ ਕਰ ਲਾਂ। ਜਸਟਿਨ ਟਰੂਡੋ ਹੋਰਾਂ ਨੇ ਕਿਹਾ ਆ ਕਿ ਜਿਹੜੀ ਮੈਂਟਲ ਹੈਲਥ ਆ ਉਹਦੇ ਤੇ ਅਸੀਂ ਕਾਫੀ ਸਾਰਾ ਪੈਸਾ ਖਰਚਾਂਗੇ, ਉਹਨੂੰ ਇੰਪਰੂਵ ਕਰਾਂਗੇ, ਜ਼ਰੂਰ ਕਰਾਂਗੇ ਅੱਗੇ ਚੱਲ ਕੇ। ਤੇ ਨਾਲ ਹੀ ਟੋਰੀ ਤੇ ਐਨਡੀਪੀ ਨੇ ਵੀ ਉਹਨੂੰ ਸਪੋਰਟ ਕਰਤਾ, ਤੇ ਅਸੀਂ ਵੀ ਇਹੋ ਕੁਝ ਕਰਨ ਜਾ ਰਹੇ ਹਾਂ ਮੈਂਟਲ ਹੈਲਥ ਦੇ ਉੱਤੇ। ਤੇ ਥੱਲੇ ਜਿਹੜੇ ਲੋਕਾਂ ਦੇ ਕਮੈਂਟ ਆ ਨਾ ਜੀ, ਕੁਝ ਇੱਕ ਨੇ ਲਿਖਿਆ ਕਿਆ ਫਨੀ ਆਈਡੀਆ ਆ ਇਹਨਾਂ ਦਾ, ਤੇ ਇੱਕ ਵਿਅਕਤੀ ਨੇ ਤੇ ਬਹੁਤ ਹੀ ਸੋਹਣਾ ਲਿਖਿਆ ਆ। ਉਹਨੇ ਲਿਖਿਆ ਮਜ਼ੇਦਾਰ ਉਹਨਾਂ ਦਾ ਕਮੈਂਟ ਹੈ ਕਿ ਬਹੁਤ ਗੁੱਡ ਆਈਡੀਆ ਵਾ, ਪਰ ਇਹ ਆਈਡੀਆ ਤੁਸੀਂ ਜਿਹੜਾ ਸ਼ੇਅਰ ਕਰੋ ਮੈਂਟਲ ਪੀਪਲ ਨਾਲ, ਸਾਡੇ ਨਾਲ ਨਾ ਕਰੋ, ਸਾਡੇ ਤੇ ਇਹਦਾ ਕੋਈ ਅਸਰ ਨਹੀਂ ਆ। ਇਹ ਦੇਖੋ ਗਿੱਲ ਸਾਹਿਬ, ਇਹ ਜਿਹੜਾ ਕਿਸੇ ਨੇ ਕਮੈਂਟ ਕੀਤਾ ਨਾ, ਬੜਾ ਦੋਸਤ ਆ, ਉਹਨੇ ਲਿਖਿਆ ਜੀ ਗੁੱਡ ਆਈਡੀਆ, ਟਾਕ ਟੂ ਮੈਂਟਲ ਪੀਪਲ ਬਿਕਾਜ਼ ਨਾਰਮਲ ਡੂ ਨਾਟ ਬਲੀਵ ਯੂਰ ਪ੍ਰੋਮਿਸਿਸ। ਜਿਹੜੇ ਨਾਰਮਲ ਹੈ ਅਸੀਂ ਠੀਕ ਠਾਕ ਹੈ, ਅਸੀਂ ਤੁਹਾਡੇ ਪ੍ਰੋਮਿਸਿਸ ਤੇ ਯਕੀਨ ਨਹੀਂ ਕਰਦੇ। ਤੁਸੀਂ ਜੇ ਮੈਂਟਲ ਹੈਲਥ ਤੇ ਇਨਵੈਸਟ ਕਰਨ ਜਾ ਰਹੇ ਹੋ ਤੇ ਤੁਸੀਂ ਕਿਸੇ ਮੈਂਟਲ ਬੰਦੇ ਨੂੰ ਇਹ ਸੈਟੀਸਫਾਈ ਕਰਾ ਸਕਦੇ ਹੋ, ਸਾਨੂੰ ਨਹੀਂ ਕਰਾ ਸਕਦੇ ਤੁਸੀਂ, ਕਿਉਂਕਿ ਸਾਨੂੰ ਤੁਹਾਡੇ ਤੇ ਬਲੀਵ ਨਹੀਂ ਹੈ। ਮੈਂ ਗਿੱਲ ਸਾਹਿਬ ਪਹਿਲਾਂ ਹੀ ਇਹ ਗੱਲ ਕੀਤੀ ਹੈਗੀ ਆ ਕਿ ਲੋਕਾਂ ਦੇ ਵਿੱਚ ਇਹ ਅਵੇਕਨਿੰਗ ਦਾ ਸਬੂਤ ਆ ਜਿਹੜਾ ਇਹ ਕਮੈਂਟ ਵੀ ਹੈ ਨਾ। ਹੁਣ ਤੁਸੀਂ ਦੇਖੋ ਵੀ ਤੁਸੀਂ ਮੈਂਟਲ ਹੈਲਥ ਦੇ ਉੱਤੇ ਖਰਚ ਕਰਨਾ ਆ, ਮੈਂਟਲ ਹੈਲਥ ਦੇ ਉੱਤੇ ਖਰਚ ਕਰਨਾ ਚਾਹੀਦਾ, ਜਨਰਲ ਹੈਲਥ ਦੇ ਉੱਤੇ ਵੀ ਖਰਚ ਕਰਨਾ ਚਾਹੀਦਾ, ਇਹ ਕੋਈ ਮਾੜੀ ਗੱਲ ਨਹੀਂ ਹੈ। ਪਰੰਤੂ ਸੋਚਣ ਵਾਲੀ ਗੱਲ ਗਿੱਲ ਸਾਹਿਬ ਇਹ ਆ ਵੀ ਲੋਕੀ ਮੈਂਟਲ ਹੁੰਦੇ ਕਿਉਂ ਆ, ਹੋਣ ਦਾ ਕਾਰਨ ਕੀ ਆ। ਉਹਦੇ ਪਿੱਛੇ ਜਿਹਦੇ ਕੋਲ ਕੋਈ ਇੰਪਲੋਇਮੈਂਟ ਹੈ ਨਹੀਂ, ਜਿਹਦੇ ਕੋਲ ਕੋਈ ਘਰ ਖਰੀਦਣ ਦਾ ਸੁਪਨਾ ਹੈ ਨਹੀਂਗਾ, ਜਿਹਦੇ ਕੋਲ ਆਮਦਨ ਹੈ ਨਹੀਂਗੀ, ਜਿਹਦੀ ਜਿਹੜੀ ਖਰਚ ਹੈਗਾ ਉਹ ਆਮਦਨ ਨਾਲੋਂ ਜ਼ਿਆਦਾ ਹੋ ਗਿਆ, ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੰਦੇ ਨੂੰ ਫਿਕਰ ਵਿੱਚ ਪਾ ਕੇ ਤੇ ਉਹਨਾਂ ਨੇ ਮੈਂਟਲ ਹੀ ਕਰਨਾ। ਮੈਂਟਲ ਕੀ ਆ, ਜਿਹੜੀਆਂ ਫਿਕਰਮੰਦੀਆਂ ਆ, ਹੋਰ ਵੀ ਕਾਰਨ ਹੈਗੇ ਆ। ਤੁਸੀਂ ਜਿਹੜੇ ਮੈਂਟਲ ਹੋਣ ਦੇ ਕਾਰਨ ਆ, ਤੁਸੀਂ ਉਹਦਾ ਇਲਾਜ ਕਰੋ। ਤੇ ਇੱਕ ਨੇ ਕਹਿਤਾ ਵੀ ਅਸੀਂ ਮੈਂਟਲ ਹੈਲਥ ਦੇ ਉੱਤੇ ਖਰਚਾ ਕਰਾਂਗੇ, ਤੇ ਦੂਜਿਆਂ ਨੇ ਵੀ ਕਹਿਤਾ ਹਾਂਜੀ ਅਸੀਂ ਵੀ ਕਰਾਂਗੇ। ਪਰ ਸਵਾਲਾਂ ਦਾ ਸਵਾਲ ਇਹ ਆ ਕਿ ਤੁਸੀਂ ਮੈਂਟਲ ਹੋਣ ਤੋਂ ਬਚਾਓ, ਕਿ ਲੋਕ ਮੈਂਟਲ ਹੋਣ ਹੀ ਨਾ, ਡਿਪਰੈਸ਼ਨ ਦੇ ਵਿੱਚ ਜਾਣ ਹੀ ਨਾ। ਇਹ ਇਸ ਕਿਸਮ ਦੇ ਜਿਹੜੇ ਪ੍ਰੋਬਲਮਸ ਹੈਗੇ ਆ, ਵਾਕਿਆ ਠੀਕ ਆ। ਕੋਈ ਜਿਹੜਾ ਠੀਕ ਠਾਕ ਬੰਦਾ ਆ ਉਹਨੂੰ ਤੁਸੀਂ ਕਹਿੰਦੇ ਹੋ ਅਸੀਂ ਮੈਂਟਲ ਹੈਲਥ ਤੇ ਖਰਚ ਕਰਾਂਗੇ, ਉਹ ਕਹੇਗਾ ਵੀ ਮੇਰੇ ਨਾਲ ਇਹਦਾ ਕੀ ਮਤਲਬ ਹੈਗਾ, ਇਹ ਤੇ ਜਿਹੜੇ ਮੈਂਟਲ ਹੈਲਥ ਇਸ਼ੂ ਫੇਸ ਕਰ ਰਹੇ ਆ। ਔਰ ਇਹ ਜਿਹੜੀ ਜੜ ਫੜਨੀ ਚਾਹੀਦੀ ਆ ਕਿ ਇਹ ਮੈਂਟਲ ਇਲਨੈਸ ਜਿਹੜੀ ਆ ਉਹਦਾ ਕਾਰਨ ਕੀ ਆ। ਤੇ ਇਹਦੇ ਵਿੱਚ ਇਹ ਵੀ ਆ ਜੀ ਵੀ ਦੇਖੋ ਪ੍ਰੋਜੈਕਸ਼ਨ ਜਿਹੜੀ ਆ ਪਾਰਟੀਆਂ ਦੀ ਗਿੱਲ ਸਾਹਿਬ, ਉਹ ਫਿਰ ਇੱਕ ਹੰਗ ਪਾਰਲੀਮੈਂਟ ਦੀ ਆ, ਉਹਦੇ ਵਿੱਚ ਕਿਸੇ ਨੂੰ ਮੈਜੋਰਟੀ ਨਹੀਂ ਮਿਲ ਰਹੀ। ਜਿਹੜੀ CBC ਨੇ ਪ੍ਰੋਜੈਕਸ਼ਨ ਕੀਤੀ ਆ, ਉਹ ਕਹਿੰਦੇ ਵੀ ਲਿਬਰਲ ਨੂੰ 139 ਸੀਟਾਂ ਮਿਲਣ ਦੀ ਸੰਭਾਵਨਾ ਆ, ਤੇ ਟੋਰੀਜ਼ ਨੂੰ ਮਿਲਣਗੀਆਂ 131। NDP ਜਿਹੜੀ ਆ ਉਹ 40 ਤੇ ਜਾਏਗੀ, ਤੇ ਬਲਾਕ ਕੁਬੈਕਵਾ ਜਿਹੜਾ ਹੈਗਾ ਉਹ 27 ਸੀਟਾਂ ਜਾਏਗਾ। ਜਿਹਦਾ ਮਤਲਬ ਇਹ ਆ ਵੀ ਇੱਕ ਮੈਜੋਰਟੀ 139 ਦੇ ਵਿੱਚ ਜਮ੍ਹਾਂ ਕਰਕੇ ਤੇ ਉਹ 170 ਕਿੱਦਾਂ ਬਣਨਗੀਆਂ ਉਹ ਵੇਖਣਾ ਪਏਗਾ। ਜਿਹੜੇ ਟੋਰੀਜ਼ ਆ ਉਹਨਾਂ ਕੋਲ 131 ਆ, ਉਹਨਾਂ ਨੇ 117 ਤੱਕ ਕਦੋਂ ਜਾਣਾ ਹੈਗਾ। ਤੇ ਜਿਹੜੇ NDP ਤੇ ਬਲਾਕ ਕੁਬੈਕਵਾ ਆ, ਇਹ ਕਿੰਗ ਮੇਕਰ ਹੋਣਗੇ, ਇਹ ਸੰਭਾਵਨਾ ਜਿਹੜੀ ਆ ਪ੍ਰੋਜੈਕਸ਼ਨ ਦੇ ਵਿੱਚੋਂ ਨਿਕਲੀ ਆ। ਔਰ ਇਹ ਵੀ ਪ੍ਰੋਜੈਕਸ਼ਨ ਆ ਕਿ ਬਹੁਮਤ ਜਿਹੜਾ ਹੈਗਾ ਉਹ ਲਿਬਰਲ ਪਾਰਟੀ ਨੂੰ ਮਿਲਣ ਦਾ 10% ਚਾਂਸ ਆ, ਤੇ 46% ਚਾਂਸ ਇਹ ਆ ਬਈ ਲਿਬਰਲ ਜਿਹੜੇ ਆ ਉਹਨਾਂ ਨੂੰ ਸੀਟਾਂ ਤਾਂ ਬਹੁਤੀਆਂ ਮਿਲ ਜਾਣਗੀਆਂ ਪਰ ਬਹੁਮਤ ਨਹੀਂ ਮਿਲੂਗਾ। ਜਿੱਦਾਂ 139 ਦੀ ਗੱਲ ਕੀਤੀ ਆ। ਤੇ ਜਿਹੜੇ ਟੋਰੀਜ਼ ਆ ਉਹਨਾਂ ਨੂੰ ਬਹੁਤੀਆਂ ਸੀਟਾਂ ਮਿਲਣ ਦੇ
40% ਚਾਂਸ ਆ, 39%, ਪਰ ਬਹੁਮਤ ਨਹੀਂ ਮਿਲਦਾ। ਤੇ 3% ਚਾਂਸ ਆ ਵੀ ਜਿਹੜੇ ਟੋਰੀ ਆ ਉਹਨਾਂ ਨੂੰ ਸ਼ਾਇਦ ਬਹੁਮਤ ਮਿਲ ਜਾਵੇ। ਸੋ ਇਦਾਂ ਦੀ ਜਿਹੜੀ ਪ੍ਰੋਜੈਕਸ਼ਨ ਹੈਗੀ ਆ, ਕਿਉਂਕਿ ਪ੍ਰੋਜੈਕਸ਼ਨ ਰਿਐਲਿਟੀ ਤਾਂ ਨਹੀਂ ਹੁੰਦੀ, ਪਰ ਫਿਰ ਵੀ ਪਰ ਕਮਲ ਸਾਹਿਬ, ਜੇ ਅਸੀਂ ਇਸ ਪ੍ਰੋਜੈਕਸ਼ਨ ਦੇ ਅਕੋਰਡਿੰਗਲੀ ਗੱਲ ਕਰ ਲਈਏ, ਮੰਨ ਲਓ ਕਿ ਸਰਕਾਰ ਜਿਹੜੀ ਬਣਨੀ ਅਗਲੀ ਉਹ ਫਿਰ ਮਿਨੋਰਟੀ 'ਚ ਰਹਿਣੀ ਆ ਤੇ ਲਿਬਰਲ ਜਿਹੜੇ ਆ ਉਹ ਖਿਸਕ ਕੇ ਪਿੱਛੇ ਆ ਜਾਂਦੇ ਆ, ਤੇ ਜੇ ਕੰਜ਼ਰਵੇਟਿਵ ਵੱਧ ਸੀਟਾਂ ਲੈ ਜਾਂਦੇ, ਜਿਹੜੇ 3% ਦੇ ਮੁਤਾਬਕ ਤਾਂ ਹੈਗਾ ਨਾ ਵੀ ਉਹ ਬਹੁਮਤ ਲੈ ਸਕਦੇ ਆ, ਪਰ ਜੇ ਉਹ ਬਹੁਮਤ ਨਹੀਂ ਲੈਂਦੇ ਤੇ ਫਿਰ ਪੋਜੀਸ਼ਨ ਕੀ ਹੋਊਗੀ ਅੱਗੇ? ਨਾ ਤੇ ਮੈਨੂੰ ਲੱਗਦਾ ਲਿਬਰਲ ਟੋਰੀ ਪਾਰਟੀ ਦੀ ਸਪੋਰਟ ਕਰ ਸਕਦੇ ਆ, ਨਾ ਐਨਡੀਪੀ ਕਰ ਸਕਦੇ, ਕਿਉਂਕਿ ਉਹਨਾਂ ਦੇ ਪ੍ਰੋਗਰਾਮ ਆਲ ਟੂਗੇਦਰ ਡਿਫਰੈਂਟ ਨੇ। ਤੇ ਫਿਰ ਜਿਹੜੀ ਮੈਨੂੰ ਨਹੀਂ ਪਤਾ ਬਲਾਕ ਵਿਭੂਕਾਂ ਦੀ ਸਿਆਸਤ ਕਿਹੋ ਜਿਹੀ ਆ। ਅਦਰਵਾਈਜ਼ ਵੀ ਤੁਸੀਂ ਕਿਹਾ ਕਿ ਕਿੰਗ ਮੇਕਰ ਬਲਾਕ ਵਿਭੂਕਾਂ ਤੇ ਨਾਲ ਦੀ ਨਾਲ ਐਨਡੀਪੀ ਹੋ ਸਕਦੀ ਆ, ਪਰ ਇਹਨਾਂ ਦੋ ਪਾਰਟੀਆਂ ਦੇ ਪਾਰਟੀ ਪ੍ਰੋਗਰਾਮ ਬਹੁਤ ਡਿਫਰੈਂਟ ਨੇ ਆਪਾਂ ਜੇ ਧਿਆਨ ਨਾਲ ਵੇਖੀਏ ਤਾਂ। ਤੇ ਫਿਰ ਇਹ ਇਕੱਠੇ ਮਿਲ ਕੇ ਇੱਕ ਪਾਰਟੀ ਨੂੰ ਕਿੱਦਾਂ ਸਪੋਰਟ ਕਰਨਗੇ? ਪਰ ਜੇ ਥੋੜਾ ਜਿਹਾ ਸਿਨੈਰੀਓ ਚੇਂਜ ਹੋ ਜਾਂਦਾ ਆ ਕਿ ਲਿਬਰਲ ਦੀ ਥਾਂ ਦੇ ਉੱਤੇ ਲੀਡ ਕਰਨ ਲਈ ਕੰਜ਼ਰਵੇਟਿਵ ਆ ਜਾਂਦੇ ਆ, ਪਰ ਉਹ ਮਿਨੋਰਟੀ ਸਰਕਾਰ ਬਣਾਉਣੀ ਚਾਹੁੰਦੇ ਆ, ਤੇ ਫਿਰ ਸਪੋਰਟ ਕਿਹਦੀ ਮਿਲ ਸਕਦੀ ਆ? ਦੇਖੋ ਜੀ, ਪਹਿਲਾਂ ਤੇ ਆਪਾਂ ਜਿਹੜੀ ਹੈ ਨਾ ਜ਼ਿਆਦਾ ਗਿਣਤੀ ਹੈ ਜਿਹੜੀ ਪਾਰਟੀ ਦੀ, ਜਿਹੜੀ ਪਾਰਟੀ ਨੇ ਨਹੀਂ ਰਾਜ ਕਰਦੀ ਸੀਗੀ ਜਾਂ ਅਜੇ ਵੀ ਪ੍ਰਾਈਮ ਮਿਨਿਸਟਰ ਦਾ ਟੂਡੋ ਹੈਗੇ ਆ, ਉਹਨਾਂ ਦੀਆਂ ਜਿਹੜੀ 139 ਦੀ ਪ੍ਰੋਜੈਕਸ਼ਨ ਆ, ਤੇ ਪਹਿਲਾਂ ਵਾਲਾ ਕੰਬੀਨੇਸ਼ਨ ਫੇਰ ਬਣਦਾ ਹੈਗਾ ਕਿ ਐਨਡੀਪੀ ਦੀ ਸਪੋਰਟ ਨਾਲ ਉਹ ਸਰਕਾਰ ਬਣਾ ਸਕਦੇ ਆ। ਮੈਜੋਰਟੀ ਸਰਕਾਰ ਉਹਨਾਂ ਦੀ ਜਿਹੜੀ ਮੈਜੋਰਟੀ ਆ ਉਹ ਬਣ ਸਕਦੀ ਆ ਮਿਨੋਰਟੀ ਸਰਕਾਰ, ਕਿਉਂਕਿ 40 ਦੀ ਪ੍ਰੋਜੈਕਸ਼ਨ ਹੈਗੀ ਆ ਐਨਡੀਪੀ ਦੀ ਤੇ 139 ਦੀ ਹੈਗੀ ਆ ਲਿਬਰਲ ਦੀ, ਤੇ ਇਹ ਜਮ੍ਹਾਂ ਕਰਕੇ 179 ਬਣਦੀਆਂ ਹੈਗੀਆਂ। ਸੋ ਇਹ ਬੈਸਟ ਕੰਬੀਨੇਸ਼ਨ ਜਿਹੜਾ ਆ, ਯਾਨੀ ਗਿਣਤੀ ਦੇ ਹਿਸਾਬ ਨਾਲ ਬਣਦਾ ਆ, ਔਰ ਇਹਨਾਂ ਦੀਆਂ ਪਾਲਿਸੀਜ਼ ਵੀ ਲਗਭਗ ਨੇੜੇ ਤੇ ਨੇੜੇ ਹੈਗੀਆਂ, ਰਲਦੀਆਂ ਮਿਲਦੀਆਂ। ਤੇ ਪਹਿਲਾਂ ਵੀ ਐਨਡੀਪੀ ਨੇ ਜਿਹੜੀ ਹੁਣ ਸਰਕਾਰ ਚੱਲ ਰਹੀ ਸੀਗੀ ਉਹਦੇ ਵਿੱਚ ਵੀ ਐਨਡੀਪੀ ਨੇ ਲਿਬਰਲ ਨੂੰ ਸਪੋਰਟ ਕੀਤਾ। ਸੋ ਬੈਸਟ ਜਿਹੜਾ ਕੰਬੀਨੇਸ਼ਨ ਆ ਉਹ ਲਿਬਰਲ ਦਾ ਤੇ ਐਨਡੀਪੀ ਦਾ ਬਣਦਾ ਹੈਗਾ। ਤੇ ਜਿਹੜੇ ਆਪਣੇ ਹੈਗੇ ਆ ਕੰਸਰਵੇਟਿਵ, ਜੇ ਉਹਨਾਂ ਨੂੰ ਬਲਾਕ ਵਿਭਾਗ ਮਿਲ ਵੀ ਜਾਵੇ ਤੇ ਤਾਂ ਵੀ ਉਹਨਾਂ ਦੀਆਂ 157 ਬਣਦੀਆਂ ਹੈਗੀਆਂ, ਮੈਜੋਰਟੀ ਤੱਕ ਜਾਂਦੇ ਨਹੀਂ ਉਹ। ਸੋ ਸੰਭਾਵਨਾ ਇਹ ਬਣ ਸਕਦੀ ਆ, ਤੇ ਬਾਕੀ ਸਮੇਂ ਤੋਂ ਪਹਿਲਾਂ ਅਜੇ ਬਹੁਤ ਕੁਝ ਕਹਿਣਾ ਜਿਹੜਾ ਉਹ ਪੋਸੀਬਲ ਹੈ। ਸੋ ਇਹ ਜਿਹੜੀ ਪ੍ਰੋਜੈਕਸ਼ਨ ਹੈਗੀ ਆ, ਪ੍ਰੋਜੈਕਸ਼ਨ ਦੇ ਹਿਸਾਬ ਨਾਲ ਮੈਨੂੰ ਲੱਗਦਾ ਇਹ ਆ ਬਈ ਮਿਨੋਰਟੀ ਗਵਰਨਮੈਂਟ ਬਣਦੀ ਆ ਆਪਣੀ ਲਿਬਰਲ ਦੀ ਵਿਦ ਦਾ ਸਪੋਰਟ ਆਫ ਐਨਡੀਪੀ ਜੀ। ਕਾਲਮ ਸਾਹਿਬ, ਜਿੱਦਾਂ ਦੀ ਚਲੋ ਪ੍ਰੋਜੈਕਸ਼ਨ ਆਪਣੀ ਥਾਂ ਨੇ, ਹਕੀਕਤਾਂ ਅੱਗੇ ਚੱਲ ਕੇ ਸਾਹਮਣੇ ਆ ਹੀ ਜਾਣੀਆਂ ਨੇ, ਨਾਲੇ ਖਾਸ ਕਰਕੇ ਜਦੋਂ ਡਿਬੇਟ ਹੋਣੀਆਂ ਨੇ, ਡਿਬੇਟ ਤੋਂ ਬਾਅਦ ਲੋਕ ਇੱਥੇ ਮਨ ਬਣਾਉਂਦੇ ਨੇ। ਜਿਹੜੀ 4-5% ਵੇਰੀਏਸ਼ਨ ਹੁੰਦੀ ਆ ਵੋਟ, ਜਿਹੜੀ ਫੈਸਲਾ ਕਰਦੀ ਹੈ ਜਿੱਤ ਹਾਰ ਦਾ, ਉਹ ਲਾਸਟ ਡਿਬੇਟ ਤੱਕ ਇੰਤਜ਼ਾਰ ਕਰਦੇ ਆ। ਸਾਡੀ ਕਮਿਊਨਿਟੀ ਵਾਂਗੂ ਨਹੀਂ ਕਿ ਫਟਾਫਟ ਜੇ ਸਾਡੇ ਘਰ ਜਿੰਨੇ ਪਹਿਲਾਂ ਬੈਲ ਨੌਕ ਕਰਤੀ, ਆ ਕੇ ਡੋਰ ਨੌਕ ਕਰਤਾ ਸੀ, ਉਹਦਾ ਹੀ ਬੋਰਡ ਲਾ ਕੇ ਬਹਿ ਜਾਂਦੇ ਆ। ਬਹੁਤ ਸਾਰੇ ਜਿਹੜੇ ਲੋਕ ਨੇ, ਇਹੋ ਹੀ ਤੇ ਡੈਮੋਕ੍ਰੇਸੀ ਦੀ ਵਧੀਆ ਸਿਫਤ ਹੈ ਕਿ ਉਹ ਸ਼ੋਅ ਨਹੀਂ ਹੋਣ ਦਿੰਦੇ ਕਿ ਮੈਂ ਕਿਹਦੇ ਨਾਲ ਖੜਾ ਹਾਂ। ਤੇ ਜਦੋਂ ਡਿਬੇਟਸ ਦੇ ਵਿੱਚ ਜਾ ਕੇ ਉਹ ਦੇਖਦੇ ਨੇ ਕਿ ਕਿਹੜੀ ਪਾਰਟੀ ਦਾ ਪ੍ਰੋਗਰਾਮ ਜਿਹੜਾ ਆ ਉਹ ਆਮ ਕੈਨੇਡੀਅਨ ਵਾਸਤੇ ਠੀਕ ਹੈ, ਦੂਜੇ ਪਾਸੇ ਜੇ ਉਹ ਇਹ ਮਹਿਸੂਸ ਕਰਦੇ ਨੇ ਕਿ ਲੀਡਰ ਕਿਹੜਾ ਜਿਹੜਾ ਹੈ, ਜਿਹਦਾ ਵਿਜ਼ਨ ਆ, ਤੇ ਉਹਦੇ ਲਈ ਫਿਰ ਵੋਟ ਕਰਨਾ ਉਹ ਪਸੰਦ ਕਰਦੇ ਨੇ। ਤੇ ਇਹ ਅਜੇ ਜਿਹੜੀਆਂ ਸਾਰੀਆਂ ਚੀਜ਼ਾਂ ਭਵਿੱਖ ਦੀ ਬੁੱਕਲ 'ਚ ਨੇ। ਉਮੀਦ ਕਰਾਂਗੇ ਕਿ ਲੋਕ ਚੰਗਾ ਫੈਸਲਾ ਲੈਣਗੇ। ਪਰ ਜਿੱਦਾਂ ਟਰੂਡੋ ਹੋਰਾਂ ਦਾ ਕਲਟ ਬਣਿਆ ਸੀਗਾ, ਇੱਕ ਉਹਨਾਂ ਦਾ ਇਮੇਜ ਦੁਨੀਆ ਭਰ 'ਚ ਬਣਿਆ ਸੀਗਾ, ਉਹਨੂੰ ਢਾਲ ਗਈ ਆ ਫਟਾਫਟ, ਜਲਦੀ ਢਾਲ ਲੱਗ ਰਹੀ ਆ। ਇਹ ਚੀਜ਼ ਨੂੰ ਮੈਂ ਵੀ ਨਹੀਂ ਸਮਝ ਸਕਿਆ ਕਿ ਕੱਲ ਤੱਕ ਲੋਕ ਬਹੁਤ ਖੁਸ਼ ਸੀਗੇ ਕਿ ਕੋਵਿਡ-19 ਨਾਲ ਕਿਸ ਤਰੀਕੇ ਨਾਲ ਸਿੱਝਿਆ ਗਿਆ, ਬਹੁਤ ਵਧੀਆ ਸਿੱਝਿਆ ਗਿਆ। ਲੋਕਾਂ ਨੂੰ ਘਰ ਬੈਠਿਆਂ ਨੂੰ ਗਵਰਨਮੈਂਟ ਨੇ ਸਪੋਰਟ ਕੀਤੀ, ਚਾਹੇ ਜੋ ਮਰਜ਼ੀ ਕਹੀ ਜਾਣ ਟੋਰੀ ਵਾਲੇ, ਉਹਨਾਂ ਦੀ ਵੀ ਨਾਲ ਇਹੋ ਹੀ ਸਪੋਰਟ ਸੀ। ਉਹ ਹੁੰਦੇ ਉਹ ਵੀ ਇਹੀ ਕਰਦੇ, ਜੇ ਐਨਡੀਪੀ ਵਾਲੇ ਹੁੰਦੇ ਉਹ ਵੀ ਇਹੀ ਕਰਦੇ। ਕ੍ਰਿਟਿਸਾਈਜ਼ ਕਰਨਾ ਹੁੰਦਾ ਪਾਰਟੀਆਂ ਨੇ, ਦੂਜੀ ਪਾਰਟੀ ਦਾ ਆਲੋਚਨਾ ਤੇ ਕਰਨੀ ਹੁੰਦੀ ਆ, ਪਰ ਜਿਸ ਤਰੀਕੇ ਦੇ ਮਤਲਬ ਕੰਮਕਾਰ ਕੀਤੇ ਗਏ ਆ, ਇੱਕ ਦੋ ਚੀਜ਼ਾਂ ਨੂੰ ਜੇ ਛੱਡ ਦਿੱਤਾ ਜਾਵੇ ਤਾਂ ਜਿਹੜਾ ਇਹ 2.5 ਸਾਲ ਦਾ ਕਾਰਜਕਾਲ ਸੀਗਾ ਮਿਨੋਰਟੀ ਗਵਰਨਮੈਂਟ ਦਾ, ਟਰੂਡੋ ਸਾਹਿਬ ਦਾ, ਇਹਨੂੰ ਆਪਾਂ ਬੁਰਾ ਨਹੀਂ ਕਹਿ ਸਕਦੇ ਕਿਸੇ ਤਰ੍ਹਾਂ।
ਕਾਰਜਕਾਲ ਜਿਹੜਾ ਆ ਜੀ ਗਿੱਲ ਸਾਹਿਬ, ਮੈਂ ਵੀ ਸਹਿਮਤ ਹਾਂ ਕਿ ਬਹੁਤ ਵਧੀਆ ਰਿਹਾ ਆ। ਟਰੂਡੋ ਹੋਰਾਂ ਨੇ ਬੜੇ ਵਧੀਆ ਕੰਮ ਕੀਤੇ ਆ, ਖਾਸ ਕਰਕੇ ਕੋਵਿਡ ਦੇ ਦੌਰਾਨ ਛੋਟਾ ਬਿਜ਼ਨਸ ਮੁਲਾਜ਼ਮ ਉਹਨਾਂ ਨੇ ਬਹੁਤ ਵਧੀਆ ਸਟੈਂਡ ਲਿਆ ਹੈਗਾ, ਔਰ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਪਰ ਇੱਕ ਗੱਲ ਜਿਹੜੀ ਆ ਨਾ, ਉਹ ਆਮ ਕੈਨੇਡੀਅਨ ਜਿਹੜਾ ਹੈਗਾ ਨਾ, ਉਹ ਵੀ ਨਹੀਂ ਸਮਝ ਸਕਿਆ ਕਿ ਆਖਰਕਾਰ ਜਦੋਂ ਟਰੂਡੋ ਸਾਹਿਬ ਦੀ ਕੰਮਕਾਰ ਦੇ ਵਿੱਚ ਕੋਈ ਰੁਕਾਵਟ ਨਹੀਂ ਪੈ ਰਹੀ ਸੀਗੀ, ਸਾਰੇ ਕੰਮ ਸਮੂਥਲੀ ਚੱਲ ਰਹੇ ਸੀਗੇ। ਹਾਂ, ਜੇ ਕੋਈ ਇਹ ਇਦਾਂ ਦਾ ਬਿੱਲ ਲੈ ਆਉਂਦੇ, ਲੋਕ ਪੱਖੀ ਬਿੱਲ ਲਿਆਉਂਦੇ, ਲੋਕਾਂ ਦੇ ਹੱਕ ਦਾ ਬਿੱਲ ਲਿਆਉਂਦੇ, ਤੇ ਉਹਦੇ ਵਿੱਚ ਜੇ NDP ਇਹਨਾਂ ਨੂੰ ਸਪੋਰਟ ਨਾ ਕਰਦੀ ਜਾਂ ਪਾਰਲੀਮੈਂਟ ਦੇ ਵਿੱਚ ਇਹਨਾਂ ਦਾ ਉਹ ਬਿੱਲ ਡਿੱਗ ਪੈਂਦਾ, ਤਾਂ ਫਿਰ ਤੇ ਇਹਨਾਂ ਕੋਲ ਇੱਕ ਬਹਾਨਾ ਸੀਗਾ ਕਿ ਦੇਖੋ ਜੀ ਅਸੀਂ ਲੋਕਾਂ ਦੇ ਹੱਕ ਦੇ ਵਿੱਚ ਕਰਨਾ ਚਾਹੁੰਦੇ ਸੀਗੇ, ਪਰ ਕਿਉਂਕਿ ਸਾਡੇ ਕੋਲ ਮੈਜੋਰਿਟੀ ਹੈ ਨਹੀਂ, ਇਸ ਕਰਕੇ ਅਸੀਂ ਲੋਕਾਂ ਲਈ ਇਹ ਨਹੀਂ ਕਰ ਸਕੇ। ਤਾਂ ਫਿਰ ਤਾਂ ਲੋਕ ਸਮਝ ਸਕਦੇ ਸੀਗੇ। ਹੁਣ ਹਰ ਕੈਨੇਡੀਅਨ ਇਹ ਸਵਾਲ ਕਰਦਾ ਆ ਕਿ ਜੇ ਕੋਈ ਰੁਕਾਵਟ ਨਹੀਂ ਪੈਂਦੀ ਸੀਗੀ, ਟਰੂਡੋ ਸਾਹਿਬ ਦੇ ਸਾਰੇ ਕੰਮਕਾਰ, ਜਿਹੜਾ 6 ਅਰਬ ਦਾ ਖਰਚਾ ਹੈਗਾ ਇਹ ਕੈਨੇਡੀਅਨਸ ਦੇ ਉੱਤੇ, ਟੈਕਸ ਪੇਅਰ ਦੇ ਉੱਤੇ ਪਾ ਦਿੱਤਾ ਗਿਆ ਹੈਗਾ। ਇਹ ਗੱਲ ਗਿੱਲ ਸਾਹਿਬ ਜਿਹੜੀ ਆ ਨਾ, ਇਹਨੇ ਟਰੂਡੋ ਸਾਹਿਬ ਦੇ ਚੰਗੇ ਕੀਤੇ ਹੋਏ ਕੰਮ ਆ, ਉਹਨਾਂ ਦੇ ਉੱਤੇ ਵੀ ਪਾਣੀ ਫੇਰ ਦਿੱਤਾ ਆ। ਸੋ ਇਸ ਕਰਕੇ ਮੈਂ ਸਮਝਦਾ ਬਈ ਲਿਬਰਲਸ ਲੈਡ ਬਾਈ ਟਰੂਡੋ ਇਹ ਹੁਣ ਯਾਨੀ ਡਿਫੈਂਸਿਵ ਤੇ ਹੈਗੇ ਆ, ਜਾਂ ਇੱਦਾਂ ਕਹਿ ਲਓ ਕਿ ਪਿੱਛੇ ਜਾ ਰਹੇ ਆ। ਸੋ ਮੈਨੂੰ ਤਾਂ ਇਹ ਲੱਗਦਾ ਆ ਬਈ ਇਹ ਇੱਕ ਵੱਡਾ ਮਸਲਾ ਜਿਹੜਾ ਲੋਕਾਂ ਦਾ ਬਣ ਗਿਆ ਵੀ ਸਾਡੇ ਤੇ ਇਹ ਭਾਰ ਜਿਹੜਾ ਹੈਗਾ ਕੈਨੇਡੀਅਨਸ ਦੇ ਉੱਤੇ ਇਹ ਕਿਉਂ ਪਾਇਆ ਗਿਆ। ਉਹਦੇ ਲਈ ਕੋਈ ਕਾਰਗਰ ਦਲੀਲ ਜਿਹੜੀ ਹੈਗੀ ਆ ਉਹ ਉਹਨਾਂ ਨੂੰ ਨਹੀਂ ਦਿੱਤੀ ਜਾ ਸਕੀ, ਜਾਂ ਇੱਦਾਂ ਕਹਿ ਲਓ ਕਿ ਇਹ ਟਰੂਡੋ ਸਾਹਿਬ ਕੋਲ, ਕੋਈ ਲਿਬਰਲਾਂ ਕੋਲ ਕਾਰਗਰ ਦਲੀਲ ਹੈ ਨਹੀਂ ਗੀ, ਜਿਹਦੇ ਕਰਕੇ ਲੋਕ ਜਿਹੜੇ ਆ ਉਹ ਉਹਨਾਂ ਤੋਂ ਬਦਜ਼ਨ ਹੋਏ ਆ। ਅੱਛਾ ਕਾਲੋ ਸਾਹਿਬ, ਜੇ ਮੈਂ ਤੁਹਾਡੇ ਕੋਲ ਪੀਲ ਬਾਰੇ ਵੀ ਥੋੜਾ ਜਿਹਾ ਪੁੱਛ ਲਾਂ ਕਿ ਪੀਲ ਏਰੀਆ ਜਿੱਥੇ ਅਸੀਂ ਸਮਝਦੇ ਹਾਂ ਕਿ ਇਮੀਗ੍ਰੈਂਟ ਦੀ ਥੋੜੀ ਜਿਹੀ ਬਹੁਤਾਤ ਹੈ, ਖਾਸ ਕਰਕੇ ਸਾਡੇ ਪੰਜਾਬੀ ਭਾਈਚਾਰੇ ਦੀ ਔਰ ਕੁਝ ਹੋਰ ਵੀ ਮੁਸਲਿਮ ਭਾਈਚਾਰੇ ਦੀ ਵੀ, ਤੇ ਕੀ ਤੁਹਾਨੂੰ ਲੱਗਦਾ ਕਿ ਇੱਥੇ ਵਾਲੀਆਂ ਸੀਟਾਂ ਜਿਹੜੀਆਂ ਨੇ ਸਟਿਲ ਉਹ ਲਿਬਰਲ ਜਿਸ ਤਰੀਕੇ ਲੈ ਕੇ ਗਏ ਸੀ ਉਦਾਂ ਰਹਿਣਗੀਆਂ, ਕਿ ਇੱਥੇ ਵੀ ਕੋਈ ਰੱਦੋ ਬਦਲ ਹੋਣ ਦੇ ਚਾਂਸ ਕਿਸੇ ਇੱਕ ਅੱਧੀ ਦੋ ਸੀਟਾਂ ਦੇ ਤੁਹਾਨੂੰ ਨਜ਼ਰ ਆ ਰਹੇ ਆ? ਇਹਦੇ ਆਲਮੋਸਟ ਸਟੇਟਸ ਕੋ ਦਿਖਾਈ ਦਿੰਦਾ ਹੈਗਾ ਕਿ ਜਿਹੜੀਆਂ ਪਹਿਲਾਂ ਉਹਨਾਂ ਕੋਲ ਹੈਗੀਆਂ ਆ ਉਹਨਾਂ ਦੇ ਲਿਜਾਣ ਦੀ ਸੰਭਾਵਨਾ ਆ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਕਾਂਗ ਜਿਹੜੀ ਹੈਗੀ ਆ ਉਹ ਲਿਬਰਲ ਦੇ ਖਿਲਾਫ ਚੜ੍ਹ ਪਵੇ ਤਾਂ ਕਿਹਾ ਨਹੀਂ ਜਾ ਸਕਦਾ, ਪਰ ਅੱਜ ਦੀ ਤਰੀਕ ਦੇ ਵਿੱਚ ਉਹ ਆਪਣੀਆਂ ਜਿਹੜੀਆਂ ਪੀਲ ਵਾਲੀਆਂ ਸੀਟਾਂ ਆ ਉਹ ਰਿਟੇਨ ਕਰਦੇ ਦਿਖਾਈ ਦਿੰਦੇ ਆ। ਚਲੋ ਬਿਲਕੁਲ ਠੀਕ ਹੈ ਜੀ। ਇਲੈਕਸ਼ਨ ਬਾਰੇ ਆਪਾਂ ਕੁਝ ਗੱਲਬਾਤ ਕਰ ਲਈ ਹੈ, ਕੁਝ ਇੱਕ ਹੋਰ ਗੱਲਾਂ ਆਪਾਂ ਕਰ ਲਈਏ। ਇੱਕ ਤਾਂ ਅਫਗਾਨਿਸਤਾਨ ਦੀ ਖਬਰ ਤੁਹਾਡੇ ਨਾਲ ਜ਼ਰੂਰ ਮੈਂ ਸਾਂਝੀ ਕਰਨੀ ਚਾਹੁੰਦਾ ਆ। 2-4 ਦਿਨ ਪਹਿਲਾਂ ਤੱਕ ਬੜਾ ਇਸ ਗੱਲ ਦੀ ਲੈ ਕੇ ਚਰਚਾ ਸੀਗੀ ਕਿ ਭਾਰਤ ਨੂੰ ਲੈ ਕੇ ਤਾਲਿਬਾਨ ਦਾ ਕੀ ਸਟੈਂਡ ਹੋਏਗਾ। ਕੱਲ ਆਪਾਂ ਗੱਲ ਕੀਤੀ ਸੀ ਸੁਸ਼ੀਲ ਰਾਣਾ ਨਾਲ ਵੀ ਇਸ ਇਸ਼ੂ ਤੇ, ਡਾਕਟਰ ਸ਼ਾਰਦਾ ਨਾਲ ਵੀ, ਕਿ ਤਾਲਿਬਾਨ ਜਿਹੜਾ ਆ ਉਹ ਭਾਰਤ ਨਾਲ ਦੋਹਾ 'ਚ ਲਗਾਤਾਰ ਗੱਲਬਾਤ ਉਹਨਾਂ ਦੀ ਚੱਲ ਰਹੀ ਆ। ਖਾਸ ਕਰਕੇ ਜਿੱਦਣ 2 ਦਿਨ ਪਹਿਲਾਂ ਤੋਂ ਅਮਰੀਕਨ ਫੌਜਾਂ ਪੂਰੀ ਤਰ੍ਹਾਂ ਉੱਥੋਂ ਖਾਲੀ ਕਰਕੇ ਚਲ ਗਈਆਂ ਨੇ, ਉਹ ਤੋਂ ਫੌਰੀ ਬਾਅਦ ਤਾਲਿਬਾਨ ਨੇ ਖੁਦ ਜਿਹੜਾ ਸੰਪਰਕ ਸਾਧਿਆ ਭਾਰਤੀ ਐਡਮਿਨਿਸਟ੍ਰੇਸ਼ਨ ਨਾਲ, ਔਰ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਨਾਲ ਜਿਹੜੇ ਆ ਸੱਭਿਆਚਾਰਕ ਰਿਸ਼ਤੇ ਤੇ ਜਿਹੜੇ ਆਰਥਿਕ ਰਿਸ਼ਤੇ ਆ, ਜੋ ਕੋ ਸਾਡਾ ਵਪਾਰਕ ਤਾਣਾ ਬਾਣਾ ਚੱਲ ਰਿਹਾ ਉਹਨੂੰ ਹੋਰ ਅੱਗੇ ਚਲਾਉਣਾ ਚਾਹੁੰਦੇ ਆ। ਤੇ ਹੁਣ ਇਹ ਪ੍ਰੈਸ ਰਿਲੀਜ਼ ਇੰਡੀਆ ਵੱਲੋਂ ਵੀ ਅਫੀਸ਼ੀਅਲ ਆ ਗਈ ਆ ਕਿ ਸਾਡੀ ਗੱਲਬਾਤ ਦੋਹਾ 'ਚ ਜਿਹੜੀ ਆ ਉਹ ਚੱਲ ਰਹੀ ਆ। ਦੂਜੇ ਪਾਸੇ ਇੱਕ ਖਬਰ ਆ ਰਹੀ ਆ ਕਿ ਇੰਨੀ ਫੁਰਤੀ ਨਾਲ ਅਮਰੀਕਾ ਨੇ ਜਦੋਂ ਫੌਜ ਕੱਢੀ ਆ ਤੇ ਲਾਸਟ ਮੂਮੈਂਟ ਤੇ ਜਦੋਂ ਹਮਲੇ ਹੋਣੇ ਸ਼ੁਰੂ ਹੋ ਗਏ ਉਹ 에ਅਰਪੋਰਟ ਕਾਬਲ ਵਾਲੇ ਤੇ ਉਹਨਾਂ ਨੇ ਮਤਲਬ ਇੰਨਾ ਵੀ ਨਹੀਂ ਕੀਤਾ ਕਿ ਜਹਾਜ਼ 'ਚ ਭਰ ਕੇ ਤੇ ਅਮਰੀਕਾ ਹੁਣ ਜਿਹੜੇ ਰਹਿੰਦੇ ਫੌਜੀ ਸੀ ਉਹਨਾਂ ਨੂੰ ਪਾਕਿਸਤਾਨ 'ਚ ਕਿਤੇ ਉਤਾਰ ਲਿਆ। ਇਹ ਦੇਖੋ ਜੀ, ਜਿਹੜਾ ਸਾਰਾ ਹੀ ਘਟਨਾਕ੍ਰਮ ਆ ਇਹ ਅਮਰੀਕਾ ਵੱਲੋਂ ਉਹਨਾਂ ਦੀ ਇਹ ਜਿਹੜੀ ਪਲਾਨ ਹੈਗੀ ਆ ਉਹਦੇ ਵਿੱਚ, ਉਹਨਾਂ ਦੀ ਪਾਲਿਸੀ ਦੇ ਵਿੱਚ ਜ਼ਰੂਰ ਇੱਕ ਵੱਡੀ ਮਤਲਬ ਖਾਮੀ ਰਹੀ ਹੈਗੀ ਆ। ਔਰ ਜਿਹੜਾ ਇਹ ਵੀ ਅੱਗੇ ਵੀ ਆਪਾਂ ਬਹੁਤ ਵਾਰੀ ਗੱਲ ਕੀਤੀ ਆ ਕਿ ਉਹ ਅਹਿਸਾਸ ਨਹੀਂ ਕਰ ਸਕੇ ਕਿ ਤਾਲਿਬਾਨ ਜਿਹੜੇ ਆ ਉਹ ਇੰਨੀ ਛੇਤੀ ਉੱਥੇ ਕਾਬਜ਼ ਹੋ ਜਾਣਗੇ। ਹਾਲਾਂਕਿ ਉਹਨਾਂ ਦੀ ਗੱਲਬਾਤ ਜਿਹੜੀ ਆ ਇਹ ਵੀ ਵਿਸ਼ਵਾਸ ਕੀਤਾ ਜਾਂਦਾ ਆ ਕਿ ਇਹ ਜਿਹੜੀ ਡਿਵੈਲਪਮੈਂਟ ਹੋਈ ਆ
ਇਹ ਤਾਲਿਬਾਨ ਨਾਲ ਮਿਲ ਕੇ ਇੱਕ ਗੁਪਤ ਸਮਝੌਤੇ ਦੇ ਅਧੀਨ ਹੋਈ ਆ ਤੇ ਤੁਸੀਂ ਸਾਂਭ ਲਓ, ਪਰੰਤੂ ਜਿਸ ਤਰੀਕੇ ਨਾਲ ਇਹ ਉੱਥੋਂ ਨਿਕਲੇ ਆ ਉਹ ਉਸ ਤੋਂ ਲੱਗਦਾ ਹੈਗਾ ਕਿ ਬਈ ਇਹਨਾਂ ਦੀ ਜਿਹੜੀ ਪਾਲਿਸੀ ਹੈਗੀ ਆ, ਇਹਨਾਂ ਦਾ ਜਿਹੜਾ ਪ੍ਰਬੰਧ ਆ ਉਹ ਇਹਦੇ ਤੇ ਫੇਲ ਹੋਇਆ ਹੈਗਾ ਕਿ ਪਹਿਲਾਂ ਵੀ ਬਹੁਤ ਸਾਰਾ ਗੋਲੀ ਸਿੱਕਾ ਵੀ ਉੱਥੇ ਛੱਡ ਕੇ ਆਏ ਆ, ਔਰ ਹੁਣ ਵੀ ਜਿਹੜੇ ਬੰਦਿਆਂ ਨੂੰ ਨਹੀਂ ਕੱਢ ਸਕੇ ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਜੇ ਭੇਜਿਆ ਗਿਆ ਆ, ਤਾਂ ਇਹਦਾ ਮਤਲਬ ਇਹ ਆ ਕਿ ਇਹ ਉਹਨਾਂ ਦੀ ਨੀਤੀ ਜਿਹੜੀ ਹੈਗੀ ਆ ਉਹਦੀ ਫੇਲਿਓਰ ਹੈਗੀ ਆ, ਉਹਦੀ ਅਸਫਲਤਾ ਆ। ਤੇ ਦੂਜੀ ਗੱਲ ਜਿਹੜੀ ਤੁਸੀਂ ਭਾਰਤ ਦੀ ਗੱਲ ਕੀਤੀ ਆ, ਇਹ ਮੈਂ ਮਹਿਸੂਸ ਕਰਦਾ ਕਿ ਡਿਵੈਲਪਮੈਂਟ ਆ ਵੀ ਜੇ ਤਾਲਿਬਾਨ ਹਕੂਮਤ ਇਹ ਕਹਿੰਦੀ ਆ ਵੀ ਅਸੀਂ ਭਾਰਤ ਨਾਲ ਸੱਭਿਆਚਾਰਕ ਵੀ ਤੇ ਆਰਥਿਕ ਵੀ ਸੰਬੰਧ ਜਿਹੜੇ ਹੈਗੇ ਆ ਉਹ ਕੋਰਡੀਅਲ ਰੱਖਾਂਗੇ, ਔਰ ਦੋਹਾ ਦੇ ਵਿੱਚ ਕਤਰ ਦੇ ਵਿੱਚ ਜਿਹੜਾ ਭਾਰਤ ਦਾ ਉੱਥੇ ਰਾਜਦੂਤ ਆ ਦੋਹਾ ਦੇ ਵਿੱਚ ਕਤਰ ਦੇ ਵਿੱਚ, ਉਹਦੇ ਨਾਲ ਤਾਲਿਬਾਨ ਜਿਹੜੇ ਹੈਗੇ ਆ ਉਹਨਾਂ ਦੀ ਗੱਲ ਹੋਈ ਆ, ਔਰ ਉਹ ਵੀ ਦੱਸਿਆ ਵੀ ਉਹ ਵੀ ਚੰਗੇ ਮਾਹੌਲ ਦੇ ਵਿੱਚ ਹੋਈ ਆ, ਔਰ ਉਹਨਾਂ ਨੇ ਯਕੀਨ ਦਿਵਾਇਆ ਕਿ ਅਸੀਂ ਮਤਲਬ ਅਫਗਾਨ ਨਾਗਰਿਕ ਉਹਨਾਂ ਨੂੰ ਅਸੀਂ ਠੀਕ ਠਾਕ ਉੱਥੋਂ ਨਿਕਲਣ ਦੇਵਾਂਗੇ, ਜਾਂ ਇੱਦਾਂ ਕਹਿ ਲਓ ਕਿ ਜਿਹੜੀ ਪਹਿਲੀ ਉਹਨਾਂ ਦੀ ਡਿਕਲੇਰੇਸ਼ਨ ਹੈਗੀ ਆ ਜਾਂ ਪਹਿਲੀ ਉਹਨਾਂ ਦੀ ਨੀਤੀ ਆ ਵੀ ਅਸੀਂ ਭਾਰਤ ਨਾਲ ਸੱਭਿਆਚਾਰਕ ਤੇ ਆਰਥਿਕ ਸੰਬੰਧ ਜਿਹੜੇ ਹੈਗੇ ਆ ਉਹ ਕੋਰਡੀਅਲ ਰੱਖਾਂਗੇ, ਚੰਗੇ ਰੱਖਾਂਗੇ, ਉਹਦੇ ਵਿੱਚੋਂ ਹੀ ਇਹ ਗੱਲ ਨਿਕਲਦੀ ਆ, ਔਰ ਉਸ ਖਿੱਤੇ ਲਈ ਮੈਂ ਸਮਝਣਾ ਵੀ ਇੱਕ ਚੰਗੀ ਡਿਵੈਲਪਮੈਂਟ ਆ। ਬਿਲਕੁਲ ਠੀਕ ਹੈ ਜੀ, ਕਿਉਂਕਿ ਅਫਗਾਨਿਸਤਾਨ ਇਸ ਵੇਲੇ ਪੂਰੀ ਦੁਨੀਆ ਦਾ ਧਿਆਨ ਜਿਹੜਾ ਕੇਂਦਰਿਤ ਹੋਇਆ ਪਿਆ ਅਫਗਾਨਿਸਤਾਨ ਤੇ, ਸਾਰੇ ਹੀ ਮੁਲਕ ਇਹ ਸੋਚ ਰਹੇ ਆ ਕਿ ਉਹਨਾਂ ਦੀ ਜਦੋਂ ਵਿਧੀਵਤ ਤੌਰ ਤੇ ਪੂਰੀ ਸਰਕਾਰ ਬਣ ਜਾਏਗੀ ਤੇ ਉਹਨਾਂ ਮੁਲਕਾਂ ਦੇ ਕੀ ਸੰਬੰਧ ਹੋਣਗੇ। ਹਾਲਾਂਕਿ ਮੈਂ ਕੱਲ ਗੱਲ ਕਰ ਰਿਹਾ ਸੀਗਾ, ਕੱਲ ਤੁਸੀਂ ਨਹੀਂ ਸੀਗੇ ਪ੍ਰੋਗਰਾਮ ਦੇ ਵਿੱਚ, ਚਾਈਨਾ ਤੇ ਪਾਕਿਸਤਾਨ ਉਹ ਵਾਰਨ ਕਰ ਰਹੇ ਆ ਦੂਜੀ ਦੁਨੀਆ ਨੂੰ। ਚਾਈਨਾ ਨੇ ਤੇ ਇੱਥੋਂ ਤੱਕ ਕਿਹਾ ਕਿ ਤਾਲਿਬਾਨ ਨੂੰ ਇਸ ਵੇਲੇ ਮਦਦ ਦੀ ਲੋੜ ਹੈ, ਦੁਨੀਆ ਉਹਦੀ ਮਦਦ ਲਈ ਅੱਗੇ ਆਵੇ, ਤੇ ਪਾਕਿਸਤਾਨ ਇਹ ਕਹਿ ਰਿਹਾ ਕਿ ਜੇਕਰ ਸਾਡੀ ਗੱਲ ਤੁਸੀਂ ਨਾ ਸੁਣੀ ਦੁਨੀਆ ਨੇ ਤੇ ਫਿਰ ਉਹਦੇ ਸਿੱਟੇ ਬੜੇ ਗੰਭੀਰ ਨਿਕਲਣਗੇ। ਪਤਾ ਨਹੀਂ ਉਹ ਕਿਹੜੀ ਗੱਲ ਜਿਹੜੀ ਆ ਉਹ ਸੁਣਾਉਣੀ ਚਾਹੁੰਦੇ ਆ। ਸੱਚੀ ਗੱਲ ਇਹ ਆ ਕਿ ਪਾਕਿਸਤਾਨ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਖੁਦ ਡਰੀ ਹੋਈ ਆ। ਆਰਮੀ ਚੀਫ ਦੇ ਬਿਆਨ ਆ ਰਿਹਾ ਕਿ ਅਫਗਾਨਿਸਤਾਨ ਲੱਗਦੀ ਜਿਹੜਾ ਬਾਰਡਰ ਆ ਉਹ ਅਸੀਂ ਕੰਪਲੀਟਲੀ ਸੀਲ ਕੀਤਾ ਹੋਇਆ ਤੇ ਅਸੀਂ ਹਰ ਤਰ੍ਹਾਂ ਦੀ ਸਥਿਤੀ ਦਾ ਟਾਕਰਾ ਕਰਨ ਲਈ ਤਿਆਰ ਆ। ਇਹਦਾ ਮਤਲਬ ਕਿ ਸਭ ਅੱਛਾ ਤਾਲਿਬਾਨ ਤੇ ਪਾਕਿਸਤਾਨ ਦੇ ਦਰਮਿਆਨ ਵੀ ਨਹੀਂ ਹੈ। ਦੂਜੇ ਬੰਦੇ ਇਹ ਵੀ ਆ ਗਿੱਲ ਸਾਹਿਬ ਕਿ ਮੈਂ ਇੱਕ ਵੀਡੀਓ ਅੱਜ ਦੇਖੀ ਆ ਜਿਹਦੇ ਵਿੱਚ ਪਾਕਿਸਤਾਨ ਨੇ ਅਫਗਾਨਿਸਤਾਨ ਵਾਲਾ ਬਾਰਡਰ ਜਦੋਂ ਖੋਲ੍ਹਿਆ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਉੱਥੇ ਰੁਕੇ ਸੀਗੇ ਲੋਕ ਉਹ ਪਾਕਿਸਤਾਨ ਦੇ ਵਿੱਚ ਆ ਗਏ ਆ। ਸੋ ਇਹ ਹੁਣ ਕਿਸ ਗੱਲ ਦੀ ਇੰਡੀਕੇਸ਼ਨ ਆ ਇਹ ਤੁਸੀਂ ਬੈਟਰ ਦੱਸ ਸਕਦੇ ਹੋ, ਪਰ ਇਹ ਗੱਲ ਪੱਕੀ ਆ ਕਿ ਕਿਉਂਕਿ ਜਿਹੜੀ ਉੱਥੇ ਪਹਿਲਾਂ ਆਈਸਿਸ ਹੁੰਦੀ ਸੀਗੀ ਉਹ ਹੁਣ ISIL ਬਣ ਗਈ ਹੈਗੀ ਆ, ਤੇ ਉਹਦਾ ਘੇਰਾ ਜਿਹੜਾ ਉਹਨਾਂ ਨੇ ਵਧਾ ਲਿਆ ਆ। ਮਤਲਬ ਪਹਿਲਾਂ ਤਾਂ ਦੋ ਮੁਲਕ ਹੀ ਸੀਗੇ ਨਾ, ਇਰਾਕ ਐਂਡ ਸੀਰੀਆ, ਤੇ ਹੁਣ ਲਿਵੈਂਟ ਉਹਨਾਂ ਨੇ ਕਰਕੇ ਜਿਹਦੇ ਵਿੱਚ ਆਲੇ ਦੁਆਲੇ ਦੇ ਮੁਸਲਿਮ ਮੁਲਕ ਹੈਗੇ ਆ ਉਹ ਸਾਰੇ ਦੇ ਸਾਰੇ ਆਉਂਦੇ ਆ। ਸੋ ਇਹ ਪਾਕਿਸਤਾਨ ਲਈ ਵੀ ਖਤਰੇ ਦੀ ਘੰਟੀ ਆ ਕਿ ਜੇ ਉਹ ਆ ਜਾਂਦੇ ਹੈਗੇ ਆ ISIL ਵਾਲੇ, ਖੁਰਾਸਾਨ ਜਿਹੜਾ ਉਹਨਾਂ ਨੇ ਗਰੁੱਪ ਰੱਖਿਆ ਹੈਗਾ, ਤੇ ਇਹ ਪਾਕਿਸਤਾਨ ਲਈ ਕੋਈ ਭਲੇ ਦੀ ਗੱਲ ਨਹੀਂ ਹੈ, ਕਿਉਂਕਿ ਤਾਲਿਬਾਨ ਪਹਿਲਾਂ ਹੀ ਕਹੀ ਜਾਂਦੇ ਆ ਵੀ ਪਾਕਿਸਤਾਨ ਸਾਡਾ ਦੂਜਾ ਘਰ ਆ, ਤੇ ਕੀ ਤੂਫਾਨ ਮਚਾਉਣਗੇ, ਕੀ ਆਲੇ ਦੁਆਲੇ ਦੇ ਮੁਲਕਾਂ ਨੂੰ ਜਿਹੜਾ ਦਿਸ਼ਾ ਦੇਣਗੇ, ਉਹਦੇ ਤੇ ਨੈਚੁਰਲੀ ਪਾਕਿਸਤਾਨ ਕਿਉਂਕਿ ਇਮੀਡੀਏਟਲੀ ਉਹਦੇ ਨਾਲ ਲੱਗਦਾ ਹੈਗਾ, ਔਰ ਪਾਕਿਸਤਾਨ ਵੀ ਇਸਲਾਮਿਕ ਮੁਲਕ ਆ, ਅਫਗਾਨਿਸਤਾਨ ਵੀ ਇਸਲਾਮਿਕ ਮੁਲਕ ਆ, ਤੇ ਉਹਨਾਂ ਦੇ ਜਿਹੜੇ ਨਾਗਰਿਕ ਆ ਉਹਨਾਂ ਦੇ ਰਿਸ਼ਤੇ ਵੀ ਇਸ ਕਿਸਮ ਦੇ ਆ। ਸੋ ਪਾਕਿਸਤਾਨ ਲਈ ਵਾਕਿਆ ਹੀ ਇਹ ਖਤਰੇ ਦੀ ਘੰਟੀ ਆ, ਤੇ ਉਹ ਵਾਕਿਆ ਹੀ ਕੋਈ ਇਦਾਂ ਦੀ ਗੱਲ ਹੀ ਦੱਸਣੀ ਚਾਹੁੰਦੇ ਆ ਵੀ ਸਾਡੀ ਸੁਣੋ, ਸਾਨੂੰ ਬਚਾਓ। ਹੁਣ ਪਤਾ ਨਹੀਂ ਵੀ ਕਿਹੜੀ ਗੱਲ ਹੈ ਜਿਹੜੀ ਜੀ ਤੁਹਾਡੀ ਮੈਨੂੰ ਲੱਗਦਾ ਆਵਾਜ਼ ਥੋੜੀ ਨੈਟ ਦੀ ਕੋਈ ਪ੍ਰੋਬਲਮ ਆਈ, ਰੁਕੀ 1 ਮਿੰਟ ਲਈ ਤੁਸੀਂ ਰੁਕ ਰਹੇ ਹੋ। ਦੇਖਦੇ ਹਾਂ ਕਿ ਤੁਹਾਡੀ ਆਵਾਜ਼ ਸਾਡੇ ਤੱਕ ਠੀਕ ਤਰ੍ਹਾਂ ਪਹੁੰਚਦੀ ਆ ਜਾਂ ਨਹੀਂ, ਕਿ ਸਾਨੂੰ ਬ੍ਰੇਕ ਲੈਣੀ ਪਏਗੀ। ਕਾਲੂ ਸਾਹਿਬ ਤੁਸੀਂ ਮੈਨੂੰ ਸੁਣ ਰਹੇ ਹੋ? ਹਾਂਜੀ, ਤੁਹਾਡਾ ਨੈਟ ਇੱਕਦਮ ਬੰਦ ਹੋ ਗਿਆ ਸੀਗਾ, ਗੱਲ ਰੁਕ ਗਈ ਸੀ। ਚਲੋ ਆਪਾਂ ਥੋੜੀ ਜਿਹੀ ਪੰਜਾਬ ਦੀ ਗੱਲ ਕਰ ਲਈਏ। ਅੱਜ ਸੁਸ਼ੀਲ ਨਾਲ ਥੋੜਾ ਜਲਦੀ ਆਉਣਾ 8:15 ਵਜੇ, ਤੇ ਆਪਾਂ ਥੋੜੀ ਜਿਹੀ ਗੱਲ ਆਪਾਂ ਕਰ ਲਈਏ ਪੰਜਾਬ ਦੀ।
ਪ੍ਰਗਟ ਸਿੰਘ ਰੀ ਬੜੇ ਸੰਜੀਦਾ ਸਿਆਸਤਦਾਨ ਨੇ ਤੇ ਉਹ ਕਾਹਲੀ ਨਹੀਂ ਕਰਦੇ। ਸਿੱਧੂ ਦੇ ਭਾਵੇਂ ਦੋਸਤ ਵੀ ਨੇ, ਪਰ ਸਿੱਧੂ ਵਾਂਗੂ ਉਹ ਬਹੁਤ ਜਿਹੜੀਆਂ ਧੜੱਲੇਦਾਰ ਸਪੀਚ ਜਾਂ ਉਹ ਜਿਹੇ ਬਿਆਨ ਦੇਣ ਦੇ ਉਹ ਜਾਂ ਐਕਸਪਰਟ ਨਹੀਂ, ਜਾਂ ਕਰਨਾ ਨਹੀਂ ਚਾਹੁੰਦੇ। ਜਿਹੜੀ ਵੀ ਉਹ ਗੱਲ ਕਰਦੇ ਨੇ ਸੋਚ ਸਮਝ ਕੇ ਬੜੇ ਦਲੀਲ ਪੂਰਵਕ ਕਰਦੇ ਨੇ। ਉਹਨਾਂ ਦਾ ਇੱਕ ਬਿਆਨ ਆਇਆ ਸੀ ਜਿਨੇ ਕਿਤੇ ਨਾ ਕਿਤੇ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਹਰੀਸ਼ ਰਾਵਤ ਰੀ, ਉਹਨਾਂ ਨੂੰ ਬੈਕਫੁੱਟ ਤੇ ਲਿਆਂਦਾ ਸੀ। ਉਹਨਾਂ ਨੇ ਕੁਝ ਇੱਕ ਗੱਲਾਂ ਐਸੀਆਂ ਕਹੀਆਂ ਕਿ ਜਿਹੜੀ ਹਾਈ ਕਮਾਂਡ ਦੇ ਫੈਸਲੇ ਆ ਉਹ ਹੋਰ ਨੇ ਤੇ ਤੁਸੀਂ ਕੁਝ ਹੋਰ ਗੱਲਾਂ ਕਹਿ ਰਹੇ ਹੋ। ਪਰ ਕੱਲ ਸੁਸ਼ੀਲ ਰਾਣਾ ਨੇ ਸਾਨੂੰ ਦੱਸਿਆ ਸੀਗਾ ਕਿ ਖਬਰ ਬਣਾ ਦਿੱਤੀ ਜਾਂਦੀ ਆ ਮੀਡੀਆ ਵੱਲੋਂ, ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਨਹੀਂ ਸੀ ਜਿੱਦਾਂ ਮੁੜ ਕੇ ਮੀਡੀਆ ਨੇ ਬਣਾ ਦਿੱਤੀ ਆ। ਸੋ ਹੁਣ ਇੱਕ ਗੱਲ ਫਿਰ ਸਪਸ਼ਟ ਹੋ ਰਹੀ ਆ ਕਿ ਜਦੋਂ ਹਰੀਸ਼ ਰਾਵਤ ਚੰਡੀਗੜ੍ਹ ਪਹੁੰਚੇ ਨੇ ਪੰਜਾਬ ਇਹ ਮਸਲੇ ਨੂੰ ਲੈ ਕੇ, ਤੇ ਉਹ ਸਭ ਤੋਂ ਪਹਿਲਾਂ ਪੰਜਾਬ ਭਵਨ ਗਏ, ਉਸ ਤੋਂ ਬਾਅਦ ਉਹ ਗਏ ਕਾਂਗਰਸ ਦੇ ਆਫਿਸ। ਕੈਪਟਨ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਉਹਨਾਂ ਨੇ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਆ। ਪਰ ਦੂਜੇ ਪਾਸੇ ਅੱਜ ਕੈਪਟਨ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਫਿਰ ਨਵਾਂ ਵਿਵਾਦ ਛੇੜ ਦਿੱਤਾ ਆ ਕਿ ਜਿਹੜੀਆਂ ਗੱਲਾਂ ਸਿੱਧੂ ਸਾਹਿਬ ਉਠਾ ਰਹੇ ਆ ਨਸ਼ਿਆਂ ਦੇ ਬਾਰੇ, ਉਹ ਕਹਿੰਦੇ ਅਸੀਂ ਨਸ਼ਿਆਂ ਦੇ ਉੱਤੇ ਬੜਾ ਕੰਮ ਕਰ ਰਹੇ ਆ, ਅੱਜ ਹੀ ਅਸੀਂ ਇੰਨਾ ਜਿਹੜੇ ਨਸ਼ਾ ਉਹ ਫੜਿਆ। ਪਰ ਦੂਜੇ ਪਾਸੇ ਉਹਨਾਂ ਨੇ ਸਾਫ਼ ਕਹਿ ਦਿੱਤਾ ਆ ਕਿ ਜਿਹੜੇ ਬਿਜਲੀ ਸਮਝੌਤੇ ਆ ਉਹ ਪੂਰੇ ਦੇ ਪੂਰੇ ਰੱਦ ਜਿਹੜੇ ਆ ਉਹ ਅਸੀਂ ਨਹੀਂ ਕਰ ਸਕਦੇ, ਕਿਉਂਕਿ ਨਵਜੋਤ ਸਿੱਧੂ ਰੀ ਕਹਿੰਦੇ ਸਮਝੌਤੇ ਰੱਦ ਕਰਕੇ ਨਵੀਂ ਨੀਤੀ ਬਣਾਈ ਜਾਵੇ ਜਾਂ ਫਿਰ ਉਹਨਾਂ ਨੂੰ ਮਜਬੂਰ ਕੀਤਾ ਜਾਵੇ ਕਿ ਉਹ ਜਿਹੜੀ ਬਿਜਲੀ ਆ ਉਹਦਾ ਟੈਰਿਫ ਘਟਾ ਕੇ ਸਸਤੀ ਬਿਜਲੀ ਜਿਹੜੀ ਆ ਉਹ ਦੇਣ। ਪਰ ਕੈਪਟਨ ਸਾਹਿਬ ਕਹਿੰਦੇ ਆ ਕਿ ਸਾਨੂੰ 14,000 ਮੈਗਾਵਾਟ ਬਿਜਲੀ ਦੀ ਲੋੜ ਆ। ਜੇ ਅਸੀਂ ਸਮਝੌਤੇ ਰੱਦ ਕਰਦੇ ਆ ਤੇ ਜਿਹੜਾ ਨੈਸ਼ਨਲ ਗ੍ਰਿਡ ਆ ਤੋਂ ਸਿਰਫ ਅਸੀਂ 7,000 ਮੈਗਾਵਾਟ ਬਿਜਲੀ ਖਰੀਦ ਸਕਦੇ ਆ। ਤੇ ਉਹਨਾਂ ਨੇ ਇਹ ਵੀ ਕਿਹਾ ਕਿ 122 ਸਮਝੌਤੇ ਆ, ਪਰ ਉਹਨਾਂ ਨੇ ਇਹ ਨਹੀਂ ਡਿਟੇਲ ਦਿੱਤੀ ਵੀ ਕਿਹੜਾ ਰੱਦ ਹੋ ਸਕਦਾ ਕਿਹੜਾ ਨਹੀਂ। ਯਾਨੀ ਕਿ ਜੇ ਅਸੀਂ ਸਮਝੌਤੇ ਰੱਦ ਕਰ ਦਿੰਦੇ ਆ ਤੇ ਪੰਜਾਬ ਨੂੰ ਬਿਜਲੀ ਦੀ ਵੱਡੀ ਕਿੱਲਤ ਫੌਰੀ ਤੌਰ ਤੇ ਆ ਸਕਦੀ ਆ, ਇਹ ਕੈਪਟਨ ਸਾਹਿਬ ਦਾ ਮੰਨਣਾ ਹੈ। ਇਸ ਕਰਕੇ ਉਹ ਕਹਿੰਦੇ ਆ ਕਿ ਸਮਝੌਤੇ ਰੱਦ ਕਰਨੇ ਪੋਸੀਬਲ ਨਹੀਂ ਆ। ਜੀ ਸਾਹਿਬ ਆਪਣੇ ਕਾਲੋ ਸਾਹਿਬ ਤੁਹਾਡਾ ਨੈਟ ਫਿਰ ਕਿਤੇ ਨਾ ਕਿਤੇ ਰੋਕਿਆ ਜੀ, ਨੈਟ ਤੁਹਾਡਾ ਫਿਰ ਕਿਤੇ ਰੁਕ ਗਿਆ ਲੱਗਦਾ। ਆਪਾਂ ਨੂੰ ਬ੍ਰੇਕ ਲੈਣਾ ਪਏਗਾ। ਇੱਥੇ ਗੱਲਬਾਤ ਅਸੀਂ ਕਰ ਰਹੇ ਸੀਗੇ ਪੰਜਾਬ ਦੇ ਮਸਲਿਆਂ ਦੇ ਉੱਤੇ। ਹਰੀਸ਼ ਰਾਵਤ ਰੀ ਪਹੁੰਚੇ ਹੋਏ ਨੇ ਚੰਡੀਗੜ੍ਹ। ਦੇਖਦੇ ਆ ਆਪਣਾ ਕਾਲੋ ਸਾਹਿਬ ਦਾ ਨੈਟ ਜਿਹੜਾ ਉਹ ਚਾਲੂ ਹੋ ਸਕਦਾ ਜਾਂ ਨਹੀਂ। ਕਾਲੋ ਸਾਹਿਬ ਤੁਸੀਂ ਆ ਗਏ ਦੁਬਾਰਾ? ਤੁਹਾਡਾ ਨੈਟ ਬਿਲਕੁਲ ਰੁਕਿਆ ਪਿਆ ਜੀ। ਸਾਨੂੰ ਲੱਗਦਾ ਇੱਕ ਵਾਰੀ ਬ੍ਰੇਕ ਲੈ ਕੇ ਦੁਬਾਰਾ ਆਉਣਾ ਪਏਗਾ। ਇੱਕ ਛੋਟਾ ਜਿਹਾ ਬ੍ਰੇਕ ਲੈਣੇ ਜੀ ਤੇ ਦੁਬਾਰਾ ਕਾਲੋ ਸਾਹਿਬ ਨਾਲ ਜੁੜਨ ਦਾ ਯਤਨ ਕਰਦੇ ਹਾਂ।